ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਕੱਚੇ ਪੱਕੇ ਦੇ ਗੇੜ ਦੀ, ਜਿਸ ਦੇ ਵਿੱਚ ਸਰਕਾਰੀ ਮੁਲਾਜ਼ਮ ਪਏ ਹੋਏ ਨੇ ਤੇ ਹੁਣ ਸਰਕਾਰ ਦਾਅਵਾ ਕਰ ਰਹੀ ਹੈ ਕਿ ਬਹੁਤੇ ਇਸ ਗੇੜ ਦੇ ਵਿੱਚੋਂ ਅਸੀਂ ਕੱਢ ਦਿੱਤੇ ਨੇ। ਨੰਬਰ ਦਿੱਤਾ ਗਿਆ ਇੱਕ 12710 ਦਾ। ਹੁਣ ਤੱਕ ਕੱਚੇ ਮੁਲਾਜ਼ਮ, ਪਹਿਲਾਂ ਕੱਚੇ ਮੁਲਾਜ਼ਮਾਂ ਦਾ ਜ਼ਿਕਰ, ਫਿਰ ਉਸ ਤੋਂ ਬਾਅਦ ਸਰਕਾਰ ਦੇ ਦਾਅਵੇ ਦਾ ਵੀ। ਹੁਣ ਤੱਕ ਕੱਚੇ ਮੁਲਾਜ਼ਮਾਂ ਦੀ ਇਹ ਪਹਿਚਾਣ ਵੀ ਬਣੀ ਹੋਈ ਸੀ। ਕੱਚੇ ਅਧਿਆਪਕਾਂ ਦੇ ਨਾਮ ਦੇ ਨਾਲ ਕੱਚੇ ਵੀ ਜੁੜਿਆ ਹੋਇਆ ਸੀ। ਜਿਵੇਂ ਕੋਈ ਜ਼ਿਕਰ ਕਰਦਾ ਸੀ ਫਲਾਣਾ ਸਿਓ, ਤਾਂ ਉਹ ਕਿਹੜਾ ਕਿਸ ਦਾ ਨਾਮ ਜਾਂ ਜਦੋਂ ਦੱਸਣਾ ਹੁੰਦਾ ਸੀ ਉਹ ਜਿਹੜਾ ਬਿਲਕੁਲ ਜੋ ਹਜੇ ਕੱਚੇ ਨੇ, ਜਿਹੜੇ ਹਜੇ ਪੱਕੇ ਨਹੀਂ ਹੋਏ। ਕੋਈ ਪੁੱਛੇ ਕੀ ਕਰਦੇ ਹੋ ਤਾਂ ਸਰਕਾਰੀ ਮੁਲਾਜ਼ਮ ਕਹਿਣ ਤੋਂ ਵੀ ਪਹਿਲਾਂ ਇਹਨਾਂ ਕੱਚੇ ਅਧਿਆਪਕਾਂ ਨੂੰ ਸੋਚਣਾ ਪੈਂਦਾ ਸੀ ਕਿ ਕਹੀਏ ਸਰਕਾਰੀ ਮੁਲਾਜ਼ਮ ਆ ਜਾਂ ਨਾ ਕਹੀਏ। ਖੈਰ ਹੁਣ ਸਰਕਾਰ ਦਾਅਵਾ ਕਰ ਰਹੀ ਹੈ ਕਿ ਇਹ ਪੱਕੇ ਹੋ ਗਏ ਨੇ। ਮੁੱਖ ਮੰਤਰੀ ਨੇ ਕਿਹਾ ਕਿ ਤੁਹਾਡੇ ਨਾਮ ਦੇ ਨਾਲ ਜਿਹੜਾ ਕੱਚਾ ਸ਼ਬਦ ਲੱਗਿਆ ਹੋਇਆ ਸੀ ਉਹ ਅੱਜ ਤੋਂ ਹਟ ਗਿਆ। ਅੱਜ ਚਰਚਾ ਇਸ ਮੁੱਦੇ ਉੱਤੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਸਰਕਾਰ ਦਾਅਵਾ ਕਰ ਰਹੀ ਹੈ ਕਿ 12710 ਮੁਲਾਜ਼ਮ ਅਧਿਆਪਕ ਪੱਕੇ ਕਰ ਦਿੱਤੇ ਨੇ ਔਰ ਕਰੀਬ 96% ਅਧਿਆਪਕ ਪੰਜਾਬ 'ਚ ਪੱਕੇ ਹੋ ਗਏ ਤੇ ਜਿਹੜਾ ਟੈਂਕੀਆਂ ਤੇ ਚੜਨ ਵਾਲਾ ਰਿਵਾਜ ਸੀ ਉਹ ਖਤਮ ਹੋ ਗਿਆ। ਅੱਜ ਚਰਚਾ ਇਸ ਮੁੱਦੇ ਉੱਤੇ ਕਿ ਵਾਕਈ ਹੀ ਦੇਰ ਲੱਗ ਗਈ, ਕਿਉਂਕਿ ਇਹ ਪ੍ਰਦਰਸ਼ਨ ਬਹੁਤ ਲੰਬੇ ਵੇਲੇ ਤੋਂ ਹੁੰਦੇ ਆ ਰਹੇ ਸੀ। ਸਰਕਾਰਾਂ ਬਦਲੀਆਂ, ਪੰਜਾਬ ਦੇ ਵਿੱਚ ਪ੍ਰਦਰਸ਼ਨ ਜਾਰੀ ਰਹੇ। ਟੈਂਕੀਆਂ ਦੇ ਉੱਤੇ ਚੜ ਕੇ, ਸੜਕਾਂ ਦੇ ਉੱਤੇ ਬੈਠ ਕੇ, ਧੁੱਪ ਦੇ ਵਿੱਚ, ਮੀਂਹ ਦੇ ਵਿੱਚ ਪ੍ਰਦਰਸ਼ਨ ਹੋਏ। ਸਵਾਲ ਇਹ ਵੀ ਹੈ ਕਿਉਂਕਿ ਜਿਹੜੀਆਂ ਸਾਬਕਾ ਸਰਕਾਰਾਂ ਨੇ ਉਹ ਸਮੇਂ-ਸਮੇਂ ਦੇ ਉੱਤੇ ਕੱਚਿਆਂ ਨੂੰ ਪੱਕੇ ਕਰਨ ਦੇ ਦਾਅਵੇ ਕਰਦੇ ਰਹੇ ਤੇ ਨਾਲ ਹੀ ਇਹ ਕਹਿੰਦੇ ਰਹੇ ਕਿ ਮਾਮਲਾ ਕੋਰਟ ਦੇ ਵਿੱਚ ਹੈ ਜਾਂ ਕੋਈ ਨਾ ਕੋਈ ਵਿੱਚ ਪੇਚ ਫਸਿਆ ਹੁੰਦਾ, ਇਹ ਕਿਹਾ ਜਾਂਦਾ ਸੀ। ਤਾਂ ਹੁਣ ਮਾਨ ਸਰਕਾਰ ਨੇ ਅਜਿਹੀ ਕਿਹੜੀ ਤਰਕੀਬ ਲਗਾ ਦਿੱਤੀ ਕਿ ਇਹਨਾਂ ਨੂੰ ਕੱਚਿਆਂ ਨੂੰ ਪੱਕੇ ਕਰ ਦਿੱਤਾ ਤੇ ਕਿ ਇਹ ਜਿਹੜੇ ਕੱਚੇ ਮੁਲਾਜ਼ਮ ਪੱਕੇ ਹੋਏ ਨੇ ਅੱਜ ਤੋਂ 5 ਸਾਲ ਪਹਿਲਾਂ ਹੋ ਜਾਣੇ ਚਾਹੀਦੇ ਸੀ ਜਾਂ 10 ਸਾਲ ਪਹਿਲਾਂ ਹੋ ਜਾਣੇ ਚਾਹੀਦੇ ਸੀ ਜੋ ਹੁਣ ਆਏ ਨੇ। ਖੈਰ ਕਹਿੰਦੇ ਨੇ ਸਿਆਣੇ ਕਿ ਦੇਰ ਆਏ ਦਰੁਸਤ ਆਏ। ਜਿਸ ਦੇ ਘਰ 6000 ਦੀ ਥਾਂ 18000 ਪਹੁੰਚ ਰਿਹਾ ਹੈ, ਉਹਨੂੰ ਪੁੱਛ ਕੇ ਦੇਖੋ, ਉਹਨਾਂ ਨੂੰ ਸਭ ਕੁਝ ਠੀਕ ਲੱਗ ਰਿਹਾ ਹੈ ਕਿ ਕੋਈ ਗੱਲ ਨਹੀਂ, ਦੇਰ ਹੋ ਗਈ ਪਰ ਲਾਈਨ ਦੇ ਉੱਤੇ ਆ ਗਏ, ਸਾਡੀ ਵੀ ਕਿਸੇ ਨੇ ਸਾਰ ਲੈ ਲਈ। ਤਾਂ ਅੱਜ ਜ਼ਿਕਰ ਕਰਾਂਗੇ ਕੱਚੇ ਪੱਕੇ ਦੇ ਖੇਡ ਦਾ। ਸ਼ੁਰੂਆਤ ਇੱਕ ਰਿਪੋਰਟ ਦੀ। देश ਦੀਆਂ ਜ਼ਿੰਮੇਵਾਰੀਆਂ ਦਾ ਭਾਰ ਹੋਣਾ ਚਾਹੀਦਾ ਸੀ। ਮਾਫ ਕਰਨਾ ਉਹਨਾਂ ਮੋਢਿਆਂ ਤੇ ਅੱਜ ਵੀ ਸਰਕਾਰੀ ਡਾਂਗਾਂ ਦੇ ਚੱਲਦੇ। ਮੈਂ ਕਿਸੇ ਟੀਚਰ ਨੂੰ ਵੀ ਮੈਂ ਬਾਹਰ ਨਹੀਂ ਕਰਦਾ। ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਜੀ, ਸਰਕਾਰਾਂ ਕੋਲ ਬੜਾ ਪੈਸਾ ਹੁੰਦਾ ਹੈ, ਨੀਅਤ ਸਾਫ਼ ਚਾਹੀਦੀ ਹੈ। ਆਪਣੀ 14 ਸਾਲਾਂ ਬੱਚੀ ਨੂੰ ਪੱਕੀ ਨੌਕਰੀ ਦੇ ਸੰਘਰਸ਼ ਵਿੱਚ ਕੁਰਬਾਨ ਹੁੰਦਿਆਂ ਵੇਖਣ ਵਾਲੀ ਮਾਂ ਮੁੱਖ ਮੰਤਰੀ ਦੇ ਸਾਹਮਣੇ ਆ ਖੜੀ ਹੋਈ ਤਾਂ ਹੰਝੂ ਰੁਕ ਨਹੀਂ ਸਕੇ, ਨਾ ਇੱਕ ਮਾਂ ਦੇ ਅਤੇ ਨਾ ਹੀ ਮੁੱਖ ਮੰਤਰੀ ਦੇ। ਚੰਡੀਗੜ੍ਹ ਦੇ ਟੈਗੋਰ ਥੀਏਟਰ ਦੇ ਵਿੱਚ ਅਧਿਆਪਕਾਂ ਨਾਲ ਕੀਤਾ ਵਾਅਦਾ ਪੂਰਾ ਕਰਨ ਦੇ ਲਈ ਖੁਦ ਨੂੰ ਬੜੇ ਫਖਰ ਨਾਲ ਮਹਿੰਦਰ ਮਾਸਟਰ ਦਾ ਮੁੰਡਾ ਕਹਿਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੀ ਤਕਰੀਰ ਪੂਰੀ ਕੀਤੀ ਤਾਂ 20 ਸਾਲਾਂ ਤੋਂ ਇਸ ਦਿਨ ਦੀ ਉਡੀਕ ਕਰ ਰਹੇ ਅਧਿਆਪਕਾਂ ਦੇ ਦਿਲਾਂ ਦੇ ਵਲਵਲੇ ਅੱਖਾਂ ਦੇ ਅਥਰੂ ਬਣ ਕੇ ਵਹਿ ਤੁਰੇ। ਮੁੱਖ ਮੰਤਰੀ ਦੇ ਲਈ ਅਤੇ ਸਿੱਖਿਆ ਮੰਤਰੀ ਦੇ ਲਈ ਵੀ ਇਹ ਪਲ ਭਾਵੁਕ ਕਰਨ ਵਾਲਾ ਸੀ। ਹਰ ਕੋਈ ਆਪੋ ਆਪਣੇ ਤਰੀਕੇ ਸ਼ੁਕਰਾਨਾ ਕਰ ਰਿਹਾ ਸੀ। ਕਿਸੇ ਨੇ ਅਧਿਆਪਕਾਂ ਦਾ ਹਥਿਆਰ ਯਾਨੀ ਕਲਮ ਤੋਹਫੇ ਵਿੱਚ ਦਿੱਤੀ ਤਾਂ ਕਿਸੇ ਨੇ 10 ਗੁਰੂ ਸਾਹਿਬਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਦੀਆਂ ਤਸਵੀਰਾਂ ਭੇਟ ਕਰਕੇ ਸ਼ੁਕਰਾਨਾ ਅਦਾ ਕੀਤਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਬਿਆਨ ਕੀਤਾ ਕਿ ਕਿਵੇਂ ਇਸ ਫੈਸਲੇ ਨੂੰ ਅਮਲੀ ਜਾਮਾ ਪਹਿਨਾਉਣ ਤੱਕ ਦਾ ਸਫ਼ਰ ਪੂਰਾ ਹੋਇਆ, ਜਿਸ ਵਿੱਚ ਉਹਨਾਂ ਅਧਿਆਪਕਾਂ ਦੇ ਸੰਘਰਸ਼ ਨੂੰ ਵੀ ਯਾਦ ਕੀਤਾ ਅਤੇ ਸਰਕਾਰ ਸਾਹਮਣੇ ਆਈਆਂ ਔਕੜਾਂ ਦਾ ਵੀ ਜ਼ਿਕਰ ਕੀਤਾ। ਝੋਨਾ ਲਾਉਂਦੇ ਆ, ਮੈਂ ਕਿਹਾ ਯਾਰ ਮੈਨੂੰ ਕੁੜੀਆਂ ਮਿਲੀਆਂ, ਉਹ ਕਹਿੰਦੀਆਂ ਪਾਰਟ ਟਾਈਮ ਜਦੋਂ ਛੁੱਟੀਆਂ ਹੁੰਦੀਆਂ ਨੇ ਪੋਚੇ ਲਾਉਣੀਆਂ ਸੀ, ਨਾਲ ਟੀਚਰਾਂ ਸੀ। ਕੋਈ ਆਪਦੇ ਦੋਸਤ ਦੀ ਗੱਡੀ ਚਲਾ ਰਿਹਾ ਡਰਾਈਵਰ ਬਣ ਕੇ, ਨਾਲ ਟੀਚਰ ਹੈ। ਕਮਾਲ ਹੈ ਯਾਰ। ਮੈਂ ਕਿਹਾ ਤੁਸੀਂ ਪੜ੍ਹਾਈ ਏਦਾਂ ਕਿਵੇਂ ਲੈ ਜਾਓਗੇ ਵੀ ਵਿੱਚੋਂ ਜਿਹੜੇ 3-3 ਮਹੀਨੇ ਨਾਰੇ ਲਾਈ ਗਏ ਨੇ ਕਿਉਂ ਨਹੀਂ ਗਿਣਦੇ ਉਹਨਾਂ ਨੂੰ? ਉਹ ਵੀ ਤਾਂ ਡਿਊਟੀ ਤੇ ਹੀ ਸੀ ਉਹ। ਫਿਰ ਅਸੀਂ ਇਹ ਕੀਤਾ, ਚਲੋ ਐਂ ਕਰਦੇ ਹਾਂ, ਫਿਰ ਇਹਨਾਂ ਦੇ ਮੂਰਲੇ ਗਿਣ ਲੈਣੇ ਗਾਂ ਵਾਲੇ, ਤਾਂ ਕਰਕੇ ਫਿਰ 10 ਸਾਲਾਂ ਥੋੜਾ ਥੋੜਾ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਹਨਾਂ ਅਧਿਆਪਕਾਂ ਨੂੰ ਹਰ ਸਹੂਲਤ ਮਿਲੇਗੀ, ਫਿਰ ਭਾਵੇਂ ਛੁੱਟੀਆਂ ਦੀ ਗੱਲ ਹੋਵੇ ਜਾਂ ਤਨਖਾਹਾਂ ਵਿੱਚ ਵਾਧੇ ਦੀ, ਸਭ ਕੁਝ ਸਿਸਟਮੈਟਿਕ ਤਰੀਕੇ ਨਾਲ ਕੀਤਾ ਜਾਵੇਗਾ ਅਤੇ 58 ਸਾਲਾਂ ਦੀ ਉਮਰ ਤੱਕ ਇਹਨਾਂ ਨੂੰ ਕੋਈ ਹੱਥ ਵੀ ਨਹੀਂ ਲਾ ਸਕੇਗਾ। ਮਹਿਲਾਵਾਂ ਨੂੰ ਮੈਟਰਨਿਟੀ ਲੀਵ ਪੇਡ, ਸਾਰੀਆਂ ਛੁੱਟੀਆਂ ਪੇਡ, ਕੋਈ ਇਹ ਨਹੀਂ
ਤੁਸੀਂ ਕਹਿ ਸਕਦੇ ਕਿ ਯਾਰ ਮੇਰੇ ਨਾਲੋਂ ਉਹ ਵਧੀਆ ਹੈ, ਨਾ ਉਹਨਾਂ ਦੇ ਬਰਾਬਰ ਦੀਆਂ ਹੋਣਗੀਆਂ। ਆਹ ਤਾਂ ਤਨਖਾਹਾਂ ਤੁਸੀਂ 18 22 ਥੋੜਾ ਜਿਹਾ ਠਹਿਰ ਜਾਓ, ਜਦੋਂ ਅਗਲੇ ਸਾਲ ਹੁਣ ਤੁਸੀਂ ਸਿਸਟਮ ਦੇ ਵਿੱਚ ਆ ਗਏ। ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੀ ਮੌਜੂਦਗੀ ਵਿੱਚ ਕੱਚੇ ਅਧਿਆਪਕਾਂ ਨੇ ਜ਼ਿੰਦਾਬਾਦ ਦੇ ਨਾਰੇ ਲਾਏ ਤਾਂ ਮੁੱਖ ਮੰਤਰੀ ਨੇ ਵੀ ਸ਼ੁਕਰ ਮਨਾਇਆ ਕਿ ਆਖਿਰ ਜ਼ਿੰਦਾਬਾਦ ਸੁਣਨ ਨੂੰ ਮਿਲਿਆ। ਸੀਐਮ ਸਰਦਾਰ ਭਗਵੰਤ ਮਾਨ ਸਾਹਿਬ ਜ਼ਿੰਦਾਬਾਦ। ਪੱਕੇ ਹੋਏ ਅਧਿਆਪਕਾਂ ਦੀ ਮੋਰਚਿਆਂ ਵਿੱਚ ਅਗਵਾਈ ਕਰਨ ਵਾਲੇ ਆਗੂਆਂ ਦੀ ਖੁਸ਼ੀ ਤਾਂ ਵੇਖਦਿਆਂ ਹੀ ਬਣਦੀ ਸੀ। ਤੁਸੀਂ 14 ਮਹੀਨਿਆਂ ਦੀ ਬੱਚੀ ਫੁੱਲਾਂ ਵਰਗੀ ਮਾੜੀਆਂ ਸਰਕਾਰਾਂ ਦੀ ਬਦੌਲਤ ਭੇਟ ਚੜਾ ਕੇ ਉੱਕਾ ਪੁੱਕਾ 5000 ਦੀ ਨੌਕਰੀ ਲਈ ਸੀ। ਇੱਥੇ ਇਮੋਸ਼ਨਲ ਹੋ ਗਿਆ, ਪਰ ਮਤਲਬ ਸਾਨੂੰ ਉਹ ਦਿਨ ਅੱਜ ਵੀ ਨਹੀਂ ਭੁੱਲਦਾ ਜਦੋਂ ਅਸੀਂ 4 ਦਿਨ ਉਸ ਨੰਨੀ ਜਾਨ ਦੀ ਮਤਲਬ ਡੈਡ ਬੋਡੀ ਰੱਖੀ ਕਿ ਸਾਡੀ ਇੱਕ ਬੱਚੀ ਗਈ, ਸਾਡੇ ਬਾਕੀ ਪਰਿਵਾਰਾਂ ਨੂੰ ਕੋਈ ਏਦਾਂ ਦੀ ਆਂਚ ਨਾ ਆਵੇ। ਪਰ ਅੱਜ ਜੋ ਹੁਣ ਭੈਣ ਮੇਰੀਏ ਰੋਣ ਦਾ ਸਮਾਂ ਗਿਆ, ਅਸੀਂ ਉਹ ਦਰਦ ਤੁਹਾਡਾ ਨਹੀਂ ਕਰ ਸਕਦੇ ਦੂਰ, ਪਰ ਅੱਜ ਕੱਚੇ ਅਧਿਆਪਕਾਂ ਦੇ ਮਾਨ ਸਾਹਿਬ ਤੁਸੀਂ ਬੱਚੇ ਬਚਾਲੇ, ਤੁਸੀਂ ਜ਼ਿੰਦਗੀਆਂ ਬਚਾਲੀਆਂ। ਪਹਿਲੇ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਨੇ ਰਿਕਾਰਡ ਅੱਜ ਤੱਕ 70-75 ਸਾਲਾਂ ਦਾ, ਜਿਨ੍ਹਾਂ ਨੇ ਕੱਚੇ ਅਧਿਆਪਕ ਜਥੇਬੰਦੀ ਨਾਲ 11 ਮੀਟਿੰਗਾਂ ਕੀਤੀਆਂ। ਉਹ ਵੀ ਸੀਐਮ ਹੁੰਦੇ ਸੀ ਜਦੋਂ ਲਾਠੀਆਂ ਵਰਤੀਆਂ ਸੀ, ਟਾਵਰ ਤੇ ਚੜਨਾ ਪਿਆ ਇੱਕ ਕੁੜੀਆਂ ਨੂੰ ਨਹਿਰਾਂ 'ਚ, 5 ਜੁਲਾਈ ਨੂੰ ਛਾਲ ਮਾਰਨੀ ਪਈ, 13 ਦਿਨ ਜੇਲ੍ਹ ਕੱਟਣੀ ਪਈ। ਉਹ ਹਰਸਿਮਰਤ ਕੌਰ ਬਾਦਲ ਅੱਜ ਟਵੀਟ ਕਰਦੇ ਆ, ਉਦੋਂ ਉਹਨਾਂ ਨੇ ਕੋਈ ਟਵੀਟ ਨਹੀਂ ਕੀਤਾ। ਰਾਤ ਦੇ 12 ਵਜੇ ਮੈਨੂੰ ਜੇਲ੍ਹ 'ਚ ਕਰਤਾ। ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਸੌਖਾ ਤਾਂ ਨਹੀਂ ਸੀ, ਪਰ ਨੇਕ ਨੀਤੀ ਨਾਲ ਲਿਆ ਫੈਸਲਾ ਤਾਂ ਨੇਪਰੇ ਚੜਦਾ ਵੀ ਵਿਖਾਈ ਦਿੱਤਾ ਅਤੇ ਸਰਕਾਰ ਦੇ ਪੱਧਰ ਤੇ ਕੀਤਾ ਗਿਆ ਇਹ ਆਪਣੇ ਆਪ ਵਿੱਚ ਅਜਿਹਾ ਪ੍ਰੋਗਰਾਮ ਹੋ ਨਹੀਂ ਰਿਹਾ ਜਿਸ ਨੇ ਪੰਜਾਬ ਦੇ ਦਰਸ਼ਕਾਂ ਨੂੰ ਵੀ ਭਾਵੁਕ ਕੀਤਾ ਹੋਵੇਗਾ। ਚੰਡੀਗੜ੍ਹ ਤੋਂ ਪੰਕਜ ਕਬਾਹੀ ਦੇ ਨਾਲ ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਕਿ ਕੱਚੇ ਪੱਕੇ ਦੀ ਖੇਡ ਖਤਮ ਹੋ ਗਈ। ਅੱਜ ਚਰਚਾ ਇਸ ਦੇ ਉੱਤੇ ਹੋਏਗੀ। ਮੈਂ ਸ਼ੁਰੂਆਤ ਕਰਦੇ ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਵਾਵਾਂਗੇ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣਗੇ। ਸਾਡੇ ਨਾਲ ਡਾਕਟਰ ਐਸ ਅਲੂਵਾਲੀਆ ਜੀ ਸਟੂਡੀਓ ਦੇ ਵਿੱਚ ਮੌਜੂਦ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਅਲੂਵਾਲੀਆ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਪਰਮਵੀਰ ਸਿੰਘ ਜੀ ਸਾਡੇ ਨਾਲ ਜੁੜ ਰਹੇ ਨੇ, ਸਕਾਈਪ ਦੇ ਜ਼ਰੀਏ ਜੁੜ ਰਹੇ ਨੇ। ਪਰਮਵੀਰ ਜੀ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਦਿਆਲ ਸਿੰਘ ਸੋਢੀ ਜੁੜ ਰਹੇ ਨੇ, ਭਾਰਤੀ ਜਨਤਾ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਸੋਢੀ ਸਾਹਿਬ ਸਵਾਗਤ ਹੈ। ਤੇ ਇਸ ਦੇ ਨਾਲ ਹੀ ਸਾਡੇ ਨਾਲ ਹਰਪ੍ਰੀਤ ਕੌਰ ਜੀ ਜੁੜ ਰਹੇ ਨੇ, ਅਧਿਆਪਕ ਨੇ ਤੇ ਲਾਭਪਾਤਰੀ ਨੇ। ਕੱਚਾ ਸ਼ਬਦ ਮੁੱਖ ਮੰਤਰੀ ਖੁਦ ਕਹਿ ਚੁੱਕੇ ਨੇ ਕਿ ਹਟ ਗਿਆ, ਤਾਂ ਇਸ ਕਰਕੇ ਅੱਜ ਅਸੀਂ ਵੀ ਇਹਨਾਂ ਨੂੰ ਕੱਚੇ ਨਹੀਂ ਲਿਖਾਂਗੇ ਕਿ ਕੱਚੇ ਤੋਂ ਪੱਕੇ ਹੋਏ ਇਹ ਵੀ ਨਹੀਂ ਲਿਖਾਂਗੇ, ਡਾਇਰੈਕਟਲੀ ਅਧਿਆਪਕ ਲਿਖਾਂਗੇ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਸ਼ੁਰੂਆਤ ਕਰਦਾ ਸਭ ਤੋਂ ਪਹਿਲਾਂ ਹਰਪ੍ਰੀਤ ਜੀ ਤੁਹਾਡੇ ਤੋਂ ਹੀ। ਰਿਪੋਰਟ ਦੇ ਵਿੱਚ ਅਸੀਂ ਸੁਣਿਆ ਤੁਸੀਂ ਮਾਨ ਸਾਹਿਬ ਦੀ ਸਰਕਾਰ ਦੀ, ਆਮ ਆਦਮੀ ਪਾਰਟੀ ਦੀ ਖੂਬ ਤਾਰੀਫ ਕਰ ਰਹੇ ਸੀ। ਸਮਝਾ ਦਿਓ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਕਿ ਤੁਹਾਨੂੰ ਸਿੱਧੇ ਤੌਰ ਦੇ ਉੱਤੇ ਕੀ ਫਾਇਦਾ ਹੋ ਰਿਹਾ ਹੈ ਔਰ ਕੱਚੇ ਤੋਂ ਪੱਕੇ ਹੋਣ ਦਾ ਮਤਲਬ ਕੀ ਹੈ, ਕਿਉਂਕਿ ਤੁਹਾਨੂੰ ਬਹੁਤ ਸਾਰੇ ਜਿਹੜੇ ਤੁਹਾਡੇ ਹੀ ਵਰਗੇ ਨੇ ਜਿਹੜੇ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਸੀ, ਸ਼ਾਇਦ ਉਹਨਾਂ ਨੂੰ ਅਜੇ ਤੱਕ ਕਲੀਅਰ ਨਾ ਹੋਇਆ ਹੋਵੇ ਕਿ ਉਹਨਾਂ ਦੇ ਕੋਲ ਲਾਭ ਕੀ ਪਹੁੰਚਣ ਵਾਲਾ ਹੈ, ਜਾਂ ਉਹਨਾਂ ਕੋਲ ਤਨਖਾਹ ਜਾਂ ਉਹਨਾਂ ਦੇ ਕੋਲ ਫਾਇਦਾ ਕੀ ਹੋਏਗਾ। ਉਹਨਾਂ ਨੂੰ ਥੋੜਾ ਜਿਹਾ ਕਲੀਅਰ ਕਰ ਦਿਓ ਸਭ ਤੋਂ ਪਹਿਲਾਂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਕੱਚਾ ਸ਼ਬਦ ਨਹੀਂ ਲਾਵਾਂਗੇ ਕਿਉਂਕਿ ਸਾਨੂੰ ਅੱਜ ਸੀਐਮ ਮਾਨਯੋਗ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤੇ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਸਰਦਾਰ ਹਰਜੋਤ ਬੈਂਸ ਜੀ ਨੇ ਅੱਜ ਸਾਨੂੰ ਪੱਕੇ ਕਰਤਾ ਜੀ। ਬੜੇ ਸਾਲ ਹੋ ਗਏ, 14 ਸਾਲ ਅਸੀਂ ਸੰਤਾਪ ਹੰਡਾਇਆ, 18 ਸਾਲ ਵੀ ਹੋਏ, ਪਰ ਸਰਕਾਰਾਂ ਕਦੀ ਟਸ ਤੋਂ ਮਸ ਨਹੀਂ ਸੀ ਹੋਈਆਂ। ਅਸੀਂ ਬਕਾਇਦਾ 6000 ਤੇ ਨੌਕਰੀ ਕਰਦੇ ਰਹੇ ਆ, ਬੜੀਆਂ ਪੀੜਾਂ ਕੱਟੀਆਂ, ਅਸੀਂ ਧਰਨੇ ਲਾਏ, ਮੁਜ਼ਾਹਰੇ ਕੀਤੇ, ਪਰ ਕਿਸੇ ਸਰਕਾਰ ਨੇ ਅੱਜ ਤੱਕ ਬਾਹ ਨਹੀਂ ਫੜੀ। ਇਹ ਅੱਜ ਇਤਿਹਾਸਿਕ ਫੈਸਲਾ ਹੋਇਆ, ਇਤਿਹਾਸ 'ਚ ਪਹਿਲੀ ਵਾਰੀ ਹੋਇਆ ਜਦੋਂ ਅੱਜ ਉਸ ਵਰਗ ਦੀ ਬਾਹ ਫੜੀ ਗਈ ਜਿਹਨੂੰ ਹਮੇਸ਼ਾ ਸਰਕਾਰਾਂ ਨੇ ਲਤਾੜਿਆ ਸੀਗਾ। ਅੱਜ ਜੇ ਜਿੰਦਾਬਾਦ ਦੇ ਨਾਰੇ ਲੱਗਿਆ ਤੇ ਇਹ ਇੱਕ ਦਿਲ ਚੋਂ ਆਵਾਜ਼ ਆਈ ਆ, ਦਿਲੋਂ ਆਵਾਜ਼ਾਂ ਜਦੋਂ ਆਉਂਦੀਆਂ ਨਾ ਲੋਕਾਂ ਦੀਆਂ, ਤੇ ਮੈਨੂੰ ਲੱਗਦਾ ਕਿ ਇਹ ਦੁਆਵਾਂ ਨਾਲ
ਸਰਦਾਰ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਮਾਨਯੋਗ ਸਿੱਖਿਆ ਮੰਤਰੀ ਨੂੰ ਸਾਡੀਆਂ ਮਤਲਬ 12,500 ਜਿਹੜੇ ਆ ਸਾਡੇ ਅਧਿਆਪਕ ਆ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ, ਕਿਉਂਕਿ ਉਹਨਾਂ ਨੇ ਇੱਕ ਨਰਕ ਭਰੀ ਜ਼ਿੰਦਗੀ ਭੋਗੀ। ਠੀਕ ਹੈ, ਮੈਂ ਥੋੜਾ ਜਿਹਾ ਫਾਇਦਾ ਦੱਸ ਦਿਓ ਕਿ ਕਿਵੇਂ ਹੋਇਆ ਹੈ। ਤੁਸੀਂ ਕਿੰਨੇ ਸਾਲ ਤੋਂ ਨੌਕਰੀ ਕਰ ਰਹੇ ਹੋ ਔਰ ਕਿੰਨੇ ਦੇ ਉੱਪਰ ਕਿੰਨੀ ਤਨਖਾਹ ਤੁਹਾਨੂੰ ਮਿਲ ਰਹੀ ਸੀ, ਹੁਣ ਕਿੰਨੀ ਤਨਖਾਹ ਮਿਲੇਗੀ ਇਸ ਫੈਸਲੇ ਤੋਂ ਬਾਅਦ? ਅਸੀਂ 14 ਸਾਲ ਤੋਂ ਨੌਕਰੀ ਕਰ ਰਹੇ ਹਾਂ। ਸਰਕਾਰਾਂ ਸਾਡੀਆਂ ਜਿਹੜੀ ਪਿਛਲੀਆਂ ਤਨਖਾਹਾਂ ਹੀ 6000 ਸੀ, ਪਰ ਜਦੋਂ ਵੀ ਅਸੀਂ ਸਰਕਾਰ ਕੋ ਜਾਂਦੇ ਰਹੇ ਹਾਂ ਵੀ ਸਾਡੀਆਂ ਤਨਖਾਹਾਂ ਵਧਾ ਦਿਓ ਜਾਂ ਸਾਨੂੰ ਪੱਕਿਆਂ ਕਰ ਦਿਓ, ਤੇ ਸਰਕਾਰਾਂ ਕਹਿੰਦੀਆਂ ਸੀਗੀਆਂ, ਜਦੋਂ ਵੀ ਖਾਸ ਕਰ ਜਦੋਂ ਵੋਟਾਂ ਦਾ ਟਾਈਮ ਹੁੰਦਾ ਸੀ, ਬਾਦਲ ਸਰਕਾਰ ਸੀ ਤੇ ਬਾਦਲ ਸਰਕਾਰ ਜੀ ਨੇ ਸਾਨੂੰ ਜਿਹੜਾ ਜੁਆਇਨ ਕਰਵਾਇਆ ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਚਲੋ ਪੱਕੇ ਕਰ ਦਾਂਗੇ, ਪਰ ਕੋਈ ਪੱਕਾ ਨਹੀਂ ਕੀਤਾ, ਨਾ ਸਾਡੀਆਂ ਤਨਖਾਹਾਂ ਵਧਾਈਆਂ। ਅਸੀਂ ਕਿਹਾ ਚਲੋ ਫਿਰ ਐਜੀਟੇਸ਼ਨ ਸਟਾਰਟ ਕੀਤਾ, ਚਲੋ ਸਰਕਾਰ ਥੋੜਾ ਬਹੁਤਾ ਹੀ ਦੇ ਦੇ, ਪਰ 5 ਜੁਲਾਈ ਨੂੰ ਫਿਰ 2015 ਚ ਮਜਬੂਰਨ ਨਹਿਰ ਚ ਛਾਲ ਮਾਰਨੀ ਪਈ। ਅੱਜ ਹਰਸਿਮਰਤ ਕੌਰ ਬਾਦਲ ਪਿੱਛੇ ਜੇ ਟਵੀਟ ਕਰਦੇ ਆ ਵੀ ਕੱਚੇ ਅਧਿਆਪਕ ਰੁਲਦੇ ਪਏ ਆ, ਪਰ ਉਦੋਂ ਟਵੀਟ ਕਿਉਂ ਨਹੀਂ ਕੀਤਾ ਗਿਆ ਜਦੋਂ ਹੁਣ 5 ਜੁਲਾਈ ਨੂੰ 2015 ਚ ਨਹਿਰ ਚ ਛਾਲ ਮਾਰੀ, ਉਦੋਂ ਬਾਦਲ ਸਰਕਾਰ ਸੀ, 6000 ਰੁਪਇਆ ਤਨਖਾਹ ਸੀ, ਨਹੀਂ ਕੀਤਾ। ਉਸ ਤੋਂ ਬਾਅਦ ਬਾਦਲ ਸਰਕਾਰ ਦੇ ਟਾਈਮ ਵੋਟਾਂ ਬਟੋਲਣ ਨੂੰ ਆਉਂਦੇ ਆ ਕਾਂਗਰਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ, ਉਹ ਸਾਡੇ ਨਾਲ ਧਰਨੇ ਤੇ ਬੈਠਦੇ ਆ ਕੇ ਕਹਿੰਦੇ ਆ ਬਈ ਜਿੰਨੀ ਤੁਹਾਡੀ ਤਨਖਾਹ ਨਾ ਇੰਨਾ ਤੇ ਮੇਰਾ ਮਾਲੀ ਵੀ ਨਹੀਂ ਲੈਂਦਾ, ਮੈਂ ਜਦੋਂ ਸੱਤਾ ਚ ਆਉਂਗਾ ਆਉਂਦਿਆਂ ਸਾਰ ਤੁਹਾਨੂੰ ਪੱਕਿਆ ਕਰ ਦੂੰਗਾ, ਪਰ ਮਹਿਲਾਂ ਚੋਂ ਹੀ ਨਹੀਂ ਨਿਕਲੇ। ਫਿਰ ਅਸੀਂ 2021 ਚ ਐਜੀਟੇਸ਼ਨ ਕੀਤਾ, ਅਸੀਂ ਕਿਹਾ ਚਲੋ ਸਰਕਾਰ ਸਾਨੂੰ ਕੁਝ ਜਾਂਦੇ ਹੀ ਦੇ ਦੇ, ਪਰ ਨਹੀਂ, ਅਸੀਂ ਐਜੂਕੇਸ਼ਨ ਬੋਰਡ ਦੇ ਦਫ਼ਤਰ ਦੇ ਉੱਪਰ ਬਿਲਡਿੰਗ ਤੇ ਚੜੇ ਰਹੇ। ਅਸੀਂ ਫਿਰ ਜਦੋਂ ਚੰਨੀ ਸਾਹਿਬ ਆਏ ਅਸੀਂ ਟਾਵਰ ਤੇ ਚੜੀਆਂ ਰਹੀਆਂ, ਪਰ ਸਰਕਾਰ ਟਸ ਤੋਂ ਮਸ ਨਹੀਂ ਹੋਈ। ਉਸ ਸਮੇਂ ਦੌਰਾਨ ਸਾਨੂੰ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਫੋਨ ਆਉਂਦਾ, ਉਹ ਕਹਿੰਦੇ ਆ ਵੀ ਸਾਨੂੰ ਤੁਹਾਡੇ ਨਾਲ ਬਹੁਤ ਹਮਦਰਦੀ ਆ। ਉਹਨਾਂ ਦੇ ਨਾਲ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਜੀ ਆਉਂਦੇ ਆ ਤੇ ਨਾਲ ਹੀ ਸਰਦਾਰ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਆਉਂਦੇ ਆ, ਤੇ ਉਹ ਸਾਡੇ ਨਾਲ ਦਰੀ ਤੇ ਆ ਕੇ ਬੈਠਦੇ ਆ, ਕਹਿੰਦੇ ਕਿ ਤੁਸੀਂ ਕਿਹੜੇ ਅਧਿਆਪਕ ਹੋ? ਅਸੀਂ ਕਿਹਾ ਅਸੀਂ ਕੱਚੇ ਅਧਿਆਪਕ ਆ। ਉਹ ਕਹਿੰਦੇ ਵੀ ਅਸੀਂ ਕੱਚੀਆਂ ਇੱਟਾਂ ਸੁਣੀਆਂ ਸੀ ਪਰ ਕੱਚੇ ਅਧਿਆਪਕ ਨਹੀਂ ਸੀ ਸੁਣੇ, ਅਸੀਂ ਕੱਚੇ ਮਕਾਨ ਸੁਣੇ ਸੀ ਪਰ ਕੱਚੇ ਅਧਿਆਪਕ ਨਹੀਂ ਸੀ ਸੁਣੇ, ਤੁਸੀਂ ਜਿਹੜੀਆਂ ਪੱਕੀਆਂ ਫੀਸਾਂ ਲੈ ਕੇ ਪੜ੍ਹੇ ਹੋ, ਤੁਸੀਂ ਕੱਚੀਆਂ ਫੀਸਾਂ ਨਹੀਂ ਸੀ ਦਿੱਤੀਆਂ ਸਕੂਲਾਂ ਦੇ ਵਿੱਚ। ਸਾਡੀ ਸਰਕਾਰ ਜਦੋਂ ਆਊਗੀ ਅਸੀਂ ਤੁਹਾਨੂੰ ਆਉਂਦੇ ਸਰ ਪੱਕਿਆਂ ਕਰਾਂਗੇ, ਜੇ ਨਾ ਕਰ ਸਕੇ ਅਸੀਂ ਤਨਖਾਹ ਵਧਾਵਾਂਗੇ, ਤੁਹਾਨੂੰ 6000 ਤੇ ਨਰਕ ਭਰੀ ਜ਼ਿੰਦਗੀ ਨਹੀਂ ਜਿਹੜੇ ਰੁਲਣ ਦਿੰਦੇ। ਠੀਕ ਹੈ, ਮਤਲਬ ਤੁਸੀਂ ਕਹਿੰਦੇ ਹੋ ਕਿ ਵਾਅਦਾ ਪੂਰਾ ਹੋ ਗਿਆ, ਹੁਣ ਤੁਸੀਂ ਖੁਸ਼ ਹੋ। ਤੁਹਾਡੇ ਬਿਆਨ ਜੋ ਸਟੇਜ ਦੇ ਉੱਤੇ ਜਿਹੜਾ ਤੁਹਾਡਾ ਅੰਦਾਜ਼ ਨਜ਼ਰ ਆ ਰਿਹਾ ਸੀ ਉਹ ਇਸ਼ਾਰਾ ਕਰ ਰਿਹਾ ਕਿ ਹਾਂ ਤੁਸੀਂ ਖੁਸ਼ ਹੋ, ਤੁਹਾਨੂੰ ਸੰਤੁਸ਼ਟੀ ਹੈ ਇੱਕ ਤਰੀਕੇ ਨਾਲ। ਬਿਲਕੁਲ ਜੀ, ਅਸੀਂ ਬਹੁਤ ਖੁਸ਼ ਹਾਂ। ਚਲੋ ਮੈਂ ਤੁਹਾਡੇ ਕੋਲ ਵਾਪਸ ਆਵਾਂਗਾ, ਇੱਕ ਵਾਰ ਬਾਕੀ ਮਹਿਮਾਨਾਂ ਦਾ ਰੁਖ ਕਰ ਲਈਏ। ਆਹਲੂਵਾਲੀਆ ਸਾਹਿਬ, ਖੁਸ਼ ਤਾਂ ਤੁਸੀਂ ਵੀ ਬਹੁਤ ਲੱਗ ਰਹੇ ਹੋ ਕਿ ਅੱਜ ਮੌਕਾ ਮਿਲਿਆ ਹੈ 12710 ਅਧਿਆਪਕਾਂ ਵਾਲਾ। ਹਾਲਾਂਕਿ ਵਿਰੋਧੀਆਂ ਨੇ ਤੁਹਾਡੇ ਬੋਲਣਾ, ਉਹ ਕੀ ਕਹਿੰਦੇ ਨੇ ਉਹਨਾਂ ਦਾ ਆਪਾਂ ਗੱਲ ਜ਼ਰੂਰ ਸੁਣਾਂਗੇ, ਪਰ ਇਹਨੂੰ ਕਿਵੇਂ ਦੇਖ ਰਹੇ ਹੋ? ਲੋਕ ਇਹ ਜਾਣਨਾ ਚਾਹੁੰਦੇ ਨੇ ਕਿ ਇਹ ਕਿਹੜੀ ਤਰਕੀਬ ਅਜਿਹੀ ਲਗਾਈ ਹੈ ਕਿ ਕੱਚਿਆਂ ਨੂੰ ਪੱਕੇ ਕਰ ਦਿੱਤਾ, ਕਿ ਵਾਕਈ ਸਮਝਿਆ ਜਾਵੇ ਕਿ ਕੱਚੇ ਸਾਰੇ ਪੱਕੇ ਹੋ ਗਏ 96%, ਕੋਈ ਇਸ ਦੇ ਵਿੱਚ ਕਿੰਤੂ ਪਰੰਤੂ ਨਹੀਂ ਹੈ? ਦੇਖੋ ਗੌਰਵ ਜੀ, ਅੱਜ ਇੱਕ ਇਤਿਹਾਸਿਕ ਦਿਨ ਹੈ, ਅੱਜ ਖੁਸ਼ੀ ਦਾ ਦਿਨ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ, ਇਹ ਮੇਰੀ ਭੈਣ ਨੇ ਕਿਹਾ, ਹਰਪ੍ਰੀਤ ਕੌਰ ਇਹਨਾਂ ਨਾਂ ਹੈ, ਮੈਨੂੰ ਤਾਂ ਨੰਬਰ ਵੀ ਯਾਦ ਹੈ ਇਹਨਾਂ ਦਾ, ਵੀ ਜਲੰਧਰ ਤੋਂ ਸੀਗੇ ਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਬਾਹਰ ਆ ਕੇ ਮਾਨ ਸਾਹਿਬ ਨੇ ਜੋ ਗੱਲਾਂ ਕਹੀਆਂ ਮੇਰੀ ਭੈਣ ਨੇ ਬਿਲਕੁਲ ਕਲੀਅਰਲੀਆਂ ਦੱਸਤੀਆਂ। ਲੋਕੀ ਕਹਿੰਦੇ ਹੋਣਗੇ ਵੀ ਇਹ ਪਤਾ ਨਹੀਂ ਆਮ ਆਦਮੀ ਪਾਰਟੀ ਦੀ ਹੈ, ਪਰ ਮੈਂ ਦੱਸਣਾ ਚਾਹੁੰਦਾ ਵੀ ਵਿਚਾਰੀ 15 ਸਾਲ 14 ਸਾਲ ਤੋਂ ਇੰਨਾ ਸੰਘਰਸ਼ ਕਰ ਰਹੀ ਸੀ, ਕਦੀ ਨਹਿਰ 'ਚ ਛਾਲ ਮਾਰਨੀ ਪਈ। ਕੱਚੇ ਅਧਿਆਪਕ ਪੱਕੇ ਕਰਨ ਲਈ ਮਾਨ ਸਾਹਿਬ ਨੂੰ ਵੀ ਅਫਸਰਾਂ ਨੇ ਆ ਕੇ ਕਿਹਾ ਜੀ ਇਹ ਨਹੀਂ ਹੋ ਸਕਦਾ, ਵੀ ਕੇਸ ਚੱਲਦਾ ਹੈ। ਹਰਜੋਤ ਜੀ ਗਏ, ਸਰ ਇਹ ਕਿਵੇਂ ਕਰਨਾ ਹੈ, ਪਰ ਮਾਨ ਸਾਹਿਬ ਕਹਿੰਦੇ ਵੀ ਤਰਕੀਬ ਤਾਂ ਲੱਭਣੀ ਪਊਗੀ, ਸਬ ਕਮੇਟੀ ਬਣਾਏਗੀ। ਅੱਜ ਜੇ ਤੁਸੀਂ ਦੇਖੋ ਇੱਕ ਗੱਲ ਮਾਨ ਸਾਹਿਬ ਨੇ ਦੱਸੀ, ਸਬ ਕਮੇਟੀ ਬਣਾਏਗੀ, ਉਸ ਤੋਂ ਬਾਅਦ ਉੱਤੇ ਸੰਘਰਸ਼ ਕਰਕੇ ਕਿਵੇਂ ਉਹਨੂੰ ਲੱਭਿਆ ਗਿਆ, ਕਿਵੇਂ ਕਰਿਆ ਗਿਆ, ਔਰ 10 ਸਾਲ ਉਹ ਉਸ 'ਚ ਕਲੌਜ਼ ਸੀਗੀ ਵੀ 10 ਸਾਲ ਪੱਕੇ ਹੋਣੇ ਚਾਹੀਦੇ। ਚਾਰੇ 8 ਮਹੀਨੇ ਕੰਮ ਕਰਦੇ, 4 ਮਹੀਨੇ ਤੇ ਧਰਨੇ 'ਚ ਹੀ ਲੰਘ ਜਾਂਦੇ ਸੀ ਜਾਂ ਜ਼ਿਆਦਾ ਹੀ ਨਾ ਲੰਘ ਜਾਂਦੇ ਹੁਣ, ਪਰ ਮਾਨ ਸਾਹਿਬ ਨੇ ਕਿਹਾ ਵੀ ਆਪਾਂ ਕਰਕੇ ਰਹਿਣਾ। ਬੇਸ਼ੱਕ ਉਹ ਮਾਨਸੇ ਦੀ ਕੈਬਨਿਟ ਹੋਵੇ, ਬੇਸ਼ੱਕ ਲੁਧਿਆਣੇ ਦੀ ਕੈਬਨਿਟ ਹੋਵੇ, ਇਹੀ ਸੋਚਦੇ ਰਹੇ, ਔਰ ਉਹਦੇ ਅੰਦਰ ਮਤਲਬ ਕੇਸ ਕੂਸ ਜੇ ਸਾਰੇ ਨਿਬੇੜ ਦਿੱਤੇ, ਹੁਣ ਕੋਈ ਰੌਲਾ ਨਹੀਂ ਹੈ ਕਿ ਕੋਈ ਹੋਰ ਰਿੰਗ ਜਾ ਕੇ ਰਿਟ ਪਾ ਦੇਗਾ, ਫਿਰ ਇੱਥੇ ਬ੍ਰੇਕ ਲੱਗ ਜਾਏਗੀ, ਕੁਝ ਨਹੀਂ ਹੋਏਗਾ। ਏਦਾਂ ਹੈ, ਦੇਖੋ ਕਿ ਮਾਨ ਸਾਹਿਬ ਬੜੇ ਕਲੀਅਰ ਨੇ ਲੀਗਲੀ ਵੀ, ਔਰ ਵੈਸੇ ਮਿਨਿਸਟਰਸ ਦਾ ਡਿਸਕਸ਼ਨ ਕੀਤੀ, ਸਬ ਕਮੇਟੀ ਬਣਾਈ, ਸਾਰੀ ਉਸੇ ਚੀਜ਼ ਨੂੰ ਲੀਗਲ ਐਸਪੈਕਟ ਨੂੰ ਦੇਖਦੇ ਹੋਏ ਇਹਨੂੰ ਰੱਖਿਆ ਗਿਆ। ਕੇਸ ਕਰਿਆ ਜਾਵੇਗਾ, ਨਹੀਂ ਕਰਿਆ ਜਾਏਗਾ, 96% ਹੋ ਗਏ, 4% ਰਹਿ ਗਏ, ਉਹਨਾਂ ਬਾਰੇ ਵੀ ਕਹਿ ਗਏ ਵੀ ਤੁਹਾਨੂੰ ਮੈਂ ਛੱਡਦਾ ਨਹੀਂ, ਮੇਰੇ ਤੇ ਯਕੀਨ ਰੱਖਿਓ। ਔਰ ਇੱਕ ਸਰਦਾਰ ਭਗਵੰਤ ਸਿੰਘ ਮਾਨ ਇਹੋ ਜਿਹਾ ਮੁੱਖ ਮੰਤਰੀ ਹੈ ਜਿਹੜੇ ਲੋਕਾਂ ਦੇ ਕਹੇ ਹੋਏ ਚੀਜ਼ਾਂ ਤੇ ਚੱਲਦਾ। ਤੁਸੀਂ ਇੱਕ ਗੱਲ ਦੱਸੋ ਗੌਰਵ ਜੀ, ਕਿਵੇਂ ਪੋਸੀਬਲ ਹੈ ਕਿ 5300 ਰੁਪਏ ਤਨਖਾਹ ਹੋਵੇ? ਕਿਹਦੀ? ਸਾਡੇ ਨੇਸ਼ਨ ਬਿਲਡਰਸ ਦੀ, ਅਧਿਆਪਕਾਂ ਦੀ। ਉਹਨਾਂ ਨੇ ਕਿਹਾ ਨੇਸ਼ਨ ਬਿਲਡਰ ਲਿਖੋ ਇਹਦੇ ਨਾਲ,
ਸਬ ਕਮੇਟੀ ਬਣਾਓ ਇਹਦੇ ਨਾਲ। ਇਹ ਪਿਛਲੀਆਂ ਸਰਕਾਰਾਂ ਨਹੀਂ ਕਰ ਪਈਆਂ, ਸਾਨੂੰ ਉਮੀਦ ਹੀ ਨਹੀਂ ਇਹਨਾਂ ਤੋਂ। ਇਹ ਤਦੀ ਤਾਂ ਅਸੀਂ ਲੋਕ ਆਏ ਆ। ਇਹ ਜਿਹੜੀ ਭੈਣ ਹੈ ਨਾ ਜਿਹਨੇ ਅੱਜ ਦੇਖੋ ਉੱਥੇ ਬੈਠ ਕੇ ਵੀ ਬੋਲਿਆ, ਅੱਜ ਵੀ ਸਰਦਾਰ ਭਗਵੰਤ ਸਿੰਘ ਮਾਨ ਇੱਕੋ ਗੱਲ ਕਹਿੰਦੇ ਆ ਵੀ ਜੋ ਜੋ ਤੁਸੀਂ ਕਹੋਗੇ ਉਹ ਕਰਾਂਗਾ। ਮੈਂ ਨਾ ਤਾਂ ਕੋਠੀਆਂ ਬਣਾਉਣੀਆਂ ਨਾ ਫਾਰਮ ਹਾਊਸ ਬਣਾਣੇ, ਮੈਨੂੰ ਤਾਂ ਤੁਹਾਡਾ ਪਿਆਰ ਹੈ। ਚਲੋ ਆਪਾਂ ਸੁਣਦੇ ਨਾ ਹੁਣ ਕੰਮ ਕਰਦਾ ਜੀ। ਠੀਕ ਹੈ, ਤੁਸੀਂ ਦਾਵਾ ਕਰ ਰਹੇ ਹੋ। ਮੈਂ ਇੱਕ ਵਾਰ, ਕਿਉਂਕਿ ਤੁਹਾਡੇ ਵਿਰੋਧੀ ਵੀ ਇਸ ਸਮੇਂ ਸਾਡੇ ਨਾਲ ਜੁੜੇ ਹੋਏ ਨੇ, ਵਿਰੋਧੀ ਪਾਰਟੀਆਂ, ਮੈਂ ਪਰਮਵੀਰ ਜੀ ਦਾ ਰੁਖ ਕਰਦਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਨੇ। ਸਰ ਮੇਰੀ ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਤੱਕ? ਪਰਮਵੀਰ ਜੀ ਆਵਾਜ਼ ਆ ਰਹੀ ਹੈ ਮੇਰੀ? ਹਾਂਜੀ ਹਾਂਜੀ, ਹੁਣ ਆਵਾਜ਼ ਆ ਰਹੀ ਹੈ ਜੀ। ਠੀਕ ਹੈ। ਸਰਕਾਰ ਤੇ ਸਰਕਾਰ ਦੇ ਨੁਮਾਇੰਦੇ ਕਹਿ ਰਹੇ ਨੇ ਕਿ ਇਤਿਹਾਸਿਕ ਕਰਦਾ ਅੱਜ ਦਾ ਕੰਮ। ਇਹ ਤਰੀਕ ਨੋਟ ਕਰ ਲਓ, 28 ਜੁਲਾਈ 2023 ਇਹ ਇਤਿਹਾਸਿਕ ਹੈ। ਔਰ ਉਹ ਗੱਲਾਂ ਨੇ ਉਹ ਕੰਮ ਕਰ ਦਿੱਤਾ ਜੋ ਨਹੀਂ ਹੋਇਆ ਕਿਸੇ ਹੋਰ ਤੋਂ, ਉਹ ਚਾਹੇ ਕਾਂਗਰਸ ਸੀ ਚਾਹੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ। ਤੁਹਾਡੀ ਆਵਾਜ਼ ਨਹੀਂ ਆ ਰਹੀ। ਮੇਰੀ ਆਵਾਜ਼ ਆ ਰਹੀ ਹੈ? ਆਵਾਜ਼ ਆ ਰਹੀ ਹੈ ਜੀ, ਤੁਹਾਡੀ ਆਵਾਜ਼ ਆ ਰਹੀ ਹੈ ਸਰ। ਤੁਸੀਂ ਬਿਲਕੁਲ ਸਹੀ ਗੱਲ ਕਹੀ ਵੀ ਇਹ ਇਤਿਹਾਸਿਕ ਹੈ, ਕਿਉਂਕਿ ਜਿਸ ਤਰੀਕੇ ਝੂਠ ਅੱਜ ਸਾਡੇ ਅਧਿਆਪਕਾਂ ਨਾਲ ਬੋਲਿਆ ਗਿਆ ਹੈ ਔਰ ਝੂਠ ਦੇ ਨਾਲ ਉਹਨਾਂ ਨੂੰ ਦਿਖਾਇਆ ਗਿਆ ਵੀ ਪੱਕੇ ਕਰ ਦਿੱਤਾ ਗਿਆ ਹੈ, ਇਹ ਜਿਹਾ ਧੋਖਾ ਕੋਈ ਵੀ ਪਾਰਟੀ ਨਹੀਂ ਕਰ ਸਕਦੀ ਜੋ ਅੱਜ ਪੰਜਾਬ ਦੇ ਅਧਿਆਪਕਾਂ ਦੇ ਨਾਲ ਹੋਇਆ। ਬਿਲਕੁਲ ਮੈਂ ਇਹ ਦੱਸ ਦਵਾਂ ਕਿ ਇਹ ਜਿਹੜੀ ਪਾਲਿਸੀ ਦੀ ਹਰਪ੍ਰੀਤ ਜੀ ਥੋੜੀ ਵੇਟ ਕਰਿਓ, ਕੋਈ ਗੱਲ ਨਹੀਂ, ਤੁਹਾਡਾ ਮੈਂ ਜਵਾਬ ਲਵਾਂਗਾ। ਇੱਕ ਵਾਰੀ ਉਹਨਾਂ ਨੂੰ ਗੱਲ ਕੰਪਲੀਟ ਕਰ ਲੈਣ। ਜੀ ਜੀ ਪਰਮਵੀਰ ਜੀ ਗੱਲ ਕੰਪਲੀਟ ਕਰ। ਪੱਕੇ ਕੀਤੇ, ਇਹ ਜਿਹੜੇ ਪੱਕੇ ਕੀਤੇ ਗਏ ਨਾ, ਇਹ ਹੈਗੀ ਆ ਪਾਲਿਸੀ ਫॉर ਵੈਲਫੇਅਰ ਆਫ ਐਡ ਹੌਕ ਕੰਟਰੈਕਚੁਅਲ ਟੈਂਪਰੇਰੀ ਟੀਚਰਸ, ਨੇਸ਼ਨ ਬਿਲਡਰਸ ਐਂਡ ਅਦਰ EMPLOYEES। ਠੀਕ ਹੈ ਜੀ। ਇਹਦੀਆਂ 13 ਸ਼ਰਤਾਂ ਹੈ। ਇਹਦੀ ਪਹਿਲੀ ਸ਼ਰਤ ਇਹ ਹੈ ਵੀ ਆਪ ਜੀ ਦੀ ਨਿਯੁਕਤੀ ਸਪੈਸ਼ਲ ਕਾਡਰ ਅਸਾਮੀ ਤੇ ਕੀਤੀ ਜਾਏਗੀ। ਆਪ ਜੀ ਦੇ ਕਾਡਰ ਦੇ ਸਰਵਿਸ ਰੂਲ ਵੱਖਰੇ ਤੌਰ ਤੇ ਅਧਿਸੂਚਿਤ ਕੀਤੇ ਜਾਣਗੇ। ਠੀਕ ਹੈ। ਆਪ ਜੀ ਨੂੰ ਵਿਭਾਗ ਪੰਜਾਬ ਦੇ ਨਿਰਧਾਰਿਤ ਤਨਖਾਹ ਦੀ ਸਾਲਾਨਾ 5% ਵਾਧਾ ਮਿਲੇਗਾ। ਠੀਕ ਹੈ। ਆਪ ਜੀ ਦੀ ਨਿਯੁਕਤੀ ਵਾਲੀ ਥਾਂ ਤੇ ਹਾਜ਼ਰ ਹੋਣ ਲਈ ਕੋਈ TADA ਨਹੀਂ ਦਿੱਤਾ ਜਾਏਗਾ। ਠੀਕ ਹੈ। ਔਰ ਇਹ ਜਿਹੜੀ ਪਾਲਿਸੀ ਹੈ ਨਾ ਜਿਹਦੇ ਛੋਲੇ ਗਾਏ ਜਾ ਰਹੇ ਆ, ਜਦੋਂ ਟੀਚਰਾਂ ਦੇ ਕੋਲ ਜਾਏਗੀ ਨਾ ਤੇ ਉਦੋਂ ਉਹਨਾਂ ਨੂੰ ਪਤਾ ਲੱਗ ਜਾਏਗਾ। ਇਹ ਪਾਲਿਸੀ ਦਾ ਜਿਹੜਾ ਪ੍ਰੋਵਾਈਜ਼ੋ 1 ਹੈ, ਉਹਦਾ ਸਬ ਕਲਾਸ B ਹੈ ਸਪੈਸ਼ਲ ਕਾਡਰ। ਠੀਕ ਹੈ। ਔਰ ਉਹ ਸਪੈਸ਼ਲ ਕਾਡਰ ਦਾ ਮਤਲਬ ਕੀ ਹੈ? ਸਪੈਸ਼ਲ ਕਾਡਰ ਦਾ ਮਤਲਬ ਇਹ ਹੈ ਵੀ 58 ਸਾਲ ਦੀ ਉਮਰ ਤੱਕ ਇੱਕ ਸਪੈਸ਼ਲ ਕਾਡਰ ਬਣਾਇਆ ਗਿਆ, ਜਿਹੜੀ ਕਿ ਪੋਸਟ ਤੁਹਾਡੇ ਨਾਲ ਹੀ ਚਲਦੀ ਰਹੇਗੀ ਜੀ, ਨਾ ਹੀ ਤੁਹਾਨੂੰ ਰੈਗੂਲਰ ਕਾਡਰ 'ਚ ਐਡਜਸਟ ਕੀਤਾ ਜਾਏਗਾ। ਪਹਿਲੀ ਗੱਲ। ਠੀਕ ਹੈ। ਦੂਸਰੀ ਗੱਲ, ਇਹਦਾ ਜਿਹੜਾ ਪ੍ਰੋਵਾਈਜ਼ੋ 3 ਹੈ, ਉਹ ਪਾਲਿਸੀ ਨਾ ਤਾਂ ਪਾਰਟ ਟਾਈਮ ਅਧਿਆਪਕ ਜਿਹੜੇ ਰੱਖੇ ਗਏ ਸੀ ਉਹਨਾਂ ਤੇ ਲਾਗੂ ਹੋਏਗੀ, ਨਾ ਹੀ ਆਊਟਸੋਰਸ ਜਿਹੜੇ ਅਧਿਆਪਕ ਰੱਖੇ ਗਏ ਸੀ ਉਹਨਾਂ ਤੇ ਲਾਗੂ ਹੋਏਗੀ, ਤੇ ਨਾ ਹੀ ਇਨਸੈਂਟਿਵ ਬੇਸ ਤੇ ਜਿਹੜੇ ਰੱਖੇ ਗਏ ਸੀ ਉਹਨਾਂ ਤੇ ਲਾਗੂ ਹੋਏਗੀ। ਠੀਕ ਹੈ। ਹੁਣ ਇਹਦੇ ਜਿਹੜਾ ਕਲੌਜ਼ 4 ਹੈ ਉਹ ਪੜਨ ਵਾਲਾ ਹੈ ਜੀ। ਉਹਦੇ ਵਿੱਚ ਕਿਵੇਂ ਚੋਰ ਮੋਰੀ ਦੇ ਨਾਲ ਧੋਖਾ ਕੀਤਾ ਗਿਆ ਸਾਡੇ ਅਧਿਆਪਕਾਂ ਦੇ ਨਾਲ। ਤੁਸੀਂ ਕਹਿ ਰਹੇ ਹੋ ਵੀ ਕੱਚੇ ਤੋਂ ਪੱਕਾ ਕਰ ਦਿੱਤਾ ਗਿਆ, ਪਰ ਇਹਨਾਂ ਨੂੰ ਜਦੋਂ ਇਹਨਾਂ ਦੇ ਅੱਗੇ ਪਾਲਿਸੀ ਆਏਗੀ ਪਤਾ ਲੱਗੇਗਾ ਵੀ ਘਰ ਦੇ ਬਾਹਰ ਨੇਮ ਪਲੇਟ ਪੱਕੀ ਕਰੀਦੀ ਹੈ ਨਾ, ਉਦਾਂ ਇਹਨਾਂ ਦੇ ਨਾਮ ਦੇ ਥੱਲੇ ਕੱਚਾ ਅਧਿਆਪਕ ਪੱਕੇ ਤੌਰ ਤੇ ਲਾ ਦਿੱਤਾ ਗਿਆ, ਕਿਉਂਕਿ ਉਹ ਪ੍ਰੋਵਾਈਜ਼ੋ ਇਹ ਕਹਿੰਦਾ ਹੈ ਵੀ ਇਹ ਕਦੀ ਵੀ ਕਿਸੇ ਰੈਗੂਲਰ ਕਾਡਰ ਪੋਸਟ ਦੇ ਵੱਲ ਜਿਹੜੇ ਕਿ ਰੈਗੂਲਰ ਸਰਵਿਸ ਰੂਲਸ ਹੈਗੇ ਆ ਆਪਣਾ ਕਲੇਮ ਕਦੀ ਨਹੀਂ ਕਰਨਗੇ। ਠੀਕ ਹੈ। ਨਹੀਂ ਪਰਮੇਸ਼ ਜੀ ਤੁਹਾਡੀ ਗੱਲ ਸਮਝ ਆ ਰਹੀ ਹੈ, ਮੈਂ ਸਪੈਸ਼ਲ ਕਾਡਰ ਦੇ ਉੱਤੇ ਫੋਕਸ ਕਰ ਰਿਹਾ। ਤੁਸੀਂ ਆਪਣੀ ਗੱਲ ਕੰਪਲੀਟ ਕਰਿਓ। ਪਰ ਇੱਕ ਅੰਗਰੇਜ਼ੀ ਦੀ ਕਹਾਵਤ ਹੈ, ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਨਹੀਂ, ਪਰ ਸਮਥਿੰਗ ਇਜ਼ ਬੈਟਰ ਦੈਨ ਨਥਿੰਗ, ਪਰ ਜਿਹੜਾ ਐਡਾ ਵੱਡਾ ਧੋਖਾ ਦਿੱਤਾ ਗਿਆ ਹੈ ਵੀ ਸਾਡੇ ਜਿਹੜੇ ਟੀਚਰ ਵੀਰ ਨੇ, ਭੈਣਾਂ ਨੇ, ਜਿਨ੍ਹਾਂ ਨੂੰ ਕਦੀ ਰੈਗੂਲਰ ਪੋਸਟ ਹੀ ਨਹੀਂ ਮਿਲੇਗੀ, ਜਿਨ੍ਹਾਂ ਨੂੰ ਕਦੀ ਸੀਸਰ ਰੂਲਸ ਹੀ ਨਹੀਂ ਜਿਨ੍ਹਾਂ ਤੇ ਲੱਗਣਗੇ, ਜਿਨ੍ਹਾਂ ਨੂੰ ਮੈਡੀਕਲ ਅਲਾਉਂਸਸ ਨਹੀਂ ਮਿਲਣਗੇ, ਜਿਨ੍ਹਾਂ ਨੂੰ ਸੀਨੀਅਰਿਟੀ ਨਹੀਂ ਮਿਲੇਗੀ, ਜਿਨ੍ਹਾਂ ਨੂੰ ਰੈਗੂਲਰ ਪੋਸਟ ਨਹੀਂ ਮਿਲੇਗੀ, ਤੇ ਉਹਨਾਂ ਨੂੰ ਇੱਕ ਗੁਲਦਸਤਾ ਕੰਡਿਆਂ ਦਾ ਭਰ ਕੇ ਸਜਾ ਦਿੱਤਾ ਗਿਆ, ਜਿਹੜੇ ਕੰਡੇ ਸਾਰੀ ਉਮਰ ਉਹਨਾਂ ਤੇ ਰਹਿਣਗੇ। ਜੀ ਜਵਾਬ ਲੈ ਲਓ ਇੱਕ ਜੀ, ਤੁਸੀਂ ਜਵਾਬ ਲੈ ਲਓ ਇੱਕ। ਸਨੀ ਅਲੂਵਾਲੀਆ ਜੀ, ਦਿਆਲ ਸਿੰਘ ਸੋਢੀ ਜੀ ਥੋੜੇ ਵੇਟ ਕਰਿਓ। ਅਲੂਵਾਲੀਆ ਸਾਹਿਬ, ਪਰਮਵੀਰ ਜੀ ਤੁਹਾਡੀ ਗੱਲ ਆ ਗਈ, ਥੋੜਾ ਜਿਹਾ ਪਲੀਜ਼ ਹੋਲਡ ਕਰਿਓ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਅਕਾਲੀ ਦਲ ਵਾਲਿਆਂ ਨੂੰ ਸ਼ਰਮ ਆਣੀ ਚਾਹੀਦੀ ਹੈ। ਸਰਕਾਰ ਦਾ ਇਤਿਹਾਸਿਕ ਫੈਸਲਾ, ਭੈਣ ਬੈਠੀ ਹੈ ਨਾਲ ਅਧਿਆਪਕ, ਉਹ ਖੁਸ਼ ਹੈ, ਪਰ ਇਹ ਕਹਿੰਦੇ ਨਹੀਂ ਜੀ ਇਸ ਚ ਕਰਤਾ। ਉਹ ਸ਼ਰਮ ਕਰੋ, ਬਸ ਕਰੋ, ਤੁਹਾਡੇ ਤੋਂ ਕਾਫੀ ਹੋ ਲਿਆ। ਤੁਹਾਡੀ ਸਰਕਾਰ ਕਹਿੰਦੇ ਸਪੈਸ਼ਲ ਕਾਡਰ ਬਣਾ ਦਿੱਤਾ, ਤੁਸੀਂ ਇਹਨਾਂ ਨੂੰ ਰੈਗੂਲਰ ਨਾ ਕਹੋ, ਤੁਸੀਂ ਇਹਨਾਂ ਨੂੰ ਕਹੋ ਕਿ ਕੱਚੇ ਮੁਲਾਜ਼ਮ ਪੱਕੇ ਵਾਲੇ, ਜਿਹੜੇ ਪੱਕੇ ਵਾਲੇ ਨੇ ਕੱਚੇ ਰਹਿਣਗੇ। ਇਹ ਝੂਠੇ ਨੇ। ਤੁਸੀਂ ਇਹ ਕਲੀਅਰ ਕਰੋ ਨਾ ਕਿ ਇਹ ਰੈਗੂਲਰ ਹੋਏ ਨੇ ਕਿ ਨਹੀਂ ਹੋਏ। ਅਸੀਂ ਕੀ ਕਹਿ ਰਹੇ ਹਾਂ? ਅਸੀਂ ਕਹਿ ਰਹੇ ਇਹਨਾਂ ਦੇ ਨਾਮ ਦੇ ਅੱਗਿਓਂ ਕੱਚਾ ਹਟ ਗਿਆ ਜੀ। ਕਿਵੇਂ ਹਟ ਗਿਆ? ਕੱਚੇ ਤੇ ਪੱਕੇ ਦਾ ਮਤਲਬ ਕੀ ਹੈ? ਇਹਦਾ ਮਤਲਬ ਸਿੱਧਾ ਜੀ ਗੱਲ ਹੈਗੀ ਹੈ, ਇਹਦੇ ਅੰਦਰ ਇੱਕ ਪਾਲਿਸੀ ਲੈ ਕੇ ਆਈ ਗਈ ਹੈ ਜਿਹਦੇ ਅੰਦਰ ਇਹਨਾਂ ਦੀਆਂ ਸਾਰੀਆਂ ਚੀਜ਼ਾਂ ਰਿਵਾਈਜ਼ ਕੀਤੀਆਂ ਗਈਆਂ, ਉਹਦੇ ਅੰਦਰ ਇਹ ਪਰਮਾਨੈਂਟ ਹੋ ਗਏ ਨੇ। ਅੱਜ ਇਹ ਬੈਠ ਕੇ ਚੈਨਲਾਂ ਦੇ ਉੱਤੇ ਜਿਹੜੇ ਬੰਦਿਆਂ ਨੇ ਇਹ ਸਾਰਾ ਕੁਝ ਕੀਤਾ, ਜਿਨ੍ਹਾਂ ਦੀ ਸਾਰੀ ਗਲਤੀ ਕਰਕੇ, ਜਿਨ੍ਹਾਂ ਦੀ ਸਾਰੀ ਬੇਵਕੂਫੀ ਕਰਕੇ ਹੋਇਆ, ਔਰ ਉਸ ਤੋਂ ਬਾਅਦ ਇਹ ਪੱਕਾ ਨਹੀਂ ਕਰ ਪਾਏ। ਵਾਅਦਾ ਕਾਹਦਾ ਕਰਦੇ ਸੀਗੇ ਤੁਸੀਂ?
ਤੁਹਾਡੇ ਤੋਂ ਪੱਕੇ ਦਾ ਕਿਤੇ ਨਹੀਂ ਗਏ, ਉੱਤੋਂ ਚੈਨਲਾਂ ਦੇ ਉੱਤੇ ਬੈਠ ਕੇ ਕਹਿ ਰਹੇ ਹੋ ਹੁਣੇ ਵੀ ਕੱਚੇ ਨੇ। ਮੈਂ ਤੁਹਾਨੂੰ ਇਹ ਦਾਅਵਾ ਕਰਦਾ, ਤੁਸੀਂ ਇਦਾਂ ਨਾ, ਤੁਸੀਂ ਤੁਹਾਡਾ ਕੰਮ ਹੈ ਜਦ ਚੀਜ਼ ਬਣ ਜਾਏ ਨਾ ਉਹਦੀ ਕੀ ਕਰਕੇ ਪਰਮਵੀਰ ਜੀ ਮੈਂ ਤੁਹਾਡੇ ਕੋਲ ਆਉਂਗਾ, ਤੁਹਾਡਾ ਜਵਾਬ ਲਵਾਂਗਾ ਮੈਂ ਸਰ। ਤੁਹਾਡੇ ਮੈਂ ਜਵਾਬ ਕੱਚੇ ਨਹੀਂ ਪੱਕੇ ਹੋਏ ਨੇ ਔਰ 100% ਇਹਨਾਂ ਠੀਕ ਹੈ। ਚਲੋ ਥੋੜੇ ਅਲਵਾਲੀਆ ਸਾਹਿਬ ਥੋੜਾ ਜਿਹਾ ਵੇਟ ਕਰੋ। ਨਹੀਂ ਤੁਹਾਡੀ ਗੱਲ ਆ ਗਈ, ਪਰ ਜਿਹੜੇ ਕਲੌਜ਼ ਰੱਖ ਦਿੱਤੇ ਗਏ ਨਾ 12-13 ਜਿਨ੍ਹਾਂ ਦਾ ਜ਼ਿਕਰ ਹੈ, ਉਹ ਕਲੌਜ਼ ਹੈਗੇ ਨੇ ਕਿ ਨਹੀਂ ਹੈਗੇ ਨੇ, ਉਹ ਸ਼ਰਤਾਂ ਹੈ ਕਿ ਨਹੀਂ ਹੈ, ਤੁਸੀਂ ਇਹ ਦੱਸੋ। ਉਹ ਸ਼ਰਤਾਂ ਹੈਗੀਆਂ ਨੇ 12-13? ਇਦਾਂ ਹੈ, ਇਹ ਅਕਾਲੀ ਦਲ ਇੱਕ ਬਹੁਤ ਵੱਡੀ ਝੂਠੀ ਪਾਰਟੀ ਹੈ, ਇਹਨਾਂ ਤੋਂ ਕੰਮ ਕਰਿਆ ਨਹੀਂ ਗਿਆ। ਅੱਜ ਆਮ ਆਦਮੀ ਪਾਰਟੀ, ਇਹਨਾਂ ਨੂੰ ਤਾਂ ਮੁਬਾਰਕਾਂ ਦੇਣੀਆਂ ਚਾਹੀਦੀਆਂ ਸੀ ਸਾਡੀ ਭੈਣਾਂ ਨੂੰ ਵੀ ਅਧਿਆਪਕ ਪੱਕੇ ਕਰਤੇ। ਅੱਜ ਇਹ ਕਹਿ ਰਹੇ ਨਹੀਂ ਜੀ ਇਹ ਪੱਕੇ। ਚਲੋ ਜਵਾਬ ਲੈਣਾ ਸਰ, ਮੈਂ ਜਵਾਬ ਲੈਣਾ, ਥੋੜੇ ਵੇਟ ਕਰੇ, ਪਹਿਲੇ ਸੋਢੀ ਸਾਹਿਬ ਦਾ ਰੁਕ ਕਰਾਂ, ਸੋਢੀ ਸਾਹਿਬ ਦਾ ਰੁਕ ਕਰਾਂ। ਉਹਨਾਂ ਦਾ ਕਰ ਨਹੀਂ ਪਾਏ, ਠੀਕ ਹੈ ਕਰਤਾ। 10 ਸਾਲ ਸਰਕਾਰ ਰਹੀ, 2007 ਤੋਂ ਲੈ ਕੇ 2017 ਤੱਕ ਸਰਕਾਰ ਰਹੀ, ਇੱਕ ਵੀ ਬੰਦਾ ਪੱਕੀ ਭਰਤੀ ਨਹੀਂ ਕੀਤਾ। ਗੱਲਾਂ ਚਲੋ ਵੇਟ ਕਰਿਓ, ਹੁਣ ਥੋੜਾ ਜਿਹਾ ਵੇਟ ਕਰਿਓ ਸਰ, ਥੋੜਾ ਜਿਹਾ ਵੇਟ ਕਰਿਓ। ਮੈਂ ਇੱਕ ਵਾਰੀ ਸੋਢੀ ਸਾਹਿਬ ਦਾ ਰੁਕ ਕਰਦਾ। ਪਰਮਵੀਰ ਜੀ ਥੋੜੀ ਸਰ ਪਲੀਜ਼ ਥੋੜਾ ਜਿਹਾ ਵੇਟ ਕਰਿਓ। ਪਰਮਵੀਰ ਜੀ ਅਲੂਵਾਲੀਆ ਸਾਹਿਬ ਥੋੜੀ ਵੇਟ ਕਰਿਓ, ਨਹੀਂ ਥੋੜਾ ਜਿਹਾ ਇੰਤਜ਼ਾਰ ਕਰਿਓ ਸਰ। ਇੱਕ ਵਾਰੀ ਮੈਂ ਤੁਹਾਡੇ ਕੋਲ ਵਾਪਸ ਆ ਰਿਹਾ, ਮੈਂ ਸੋਢੀ ਸਾਹਿਬ ਦਾ ਰੁਕ ਕਰ ਲਵਾਂ, ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਇਨਫੈਕਟ ਉਹਨਾਂ ਨੇ ਕਿਸੇ ਦੇ ਵਿਚਾਲੇ ਕੁਝ ਬੋਲਿਆ ਵੀ ਨਹੀਂ। ਮੈਂ ਰਿਕੁਐਸਟ ਕਰਾਂਗਾ ਕਿ ਉਹਨਾਂ ਨੂੰ ਵੀ ਆਪਾਂ ਆਪਣੀ ਗੱਲ ਰੱਖਣ ਦਈਏ ਕਿ ਉਹ ਕੀ ਕਹਿਣਾ ਚਾਹੁੰਦੇ ਨੇ। ਸੋਢੀ ਸਾਹਿਬ ਬੀਜੇਪੀ ਇਸ ਨੂੰ ਕਿਵੇਂ ਦੇਖਦੀ ਹੈ? ਦੇਖੋ ਇੱਕ ਚੀਜ਼ ਬਹੁਤ ਕਲੀਅਰ ਹੈ ਜੋ ਸਮਝਣੀ ਹੋਏਗੀ, ਔਰ ਇਸ ਸਮੇਂ ਲੋਕ ਵੀ ਸਮਝ ਰਹੇ ਹੋਣਗੇ। ਸਾਬਕਾ ਸਰਕਾਰਾਂ ਚਾਹੇ ਅਕਾਲੀ ਭਾਜਪਾ ਦੀਆਂ ਹੋਣ ਜਾਂ ਕਾਂਗਰਸ ਦੀਆਂ ਹੋਣ, ਜਿਹੜੇ ਮੁਲਾਜ਼ਮਾਂ ਨੂੰ 5000 6000 7000 10000 ਤਨਖਾਹ ਮਿਲ ਰਹੀ ਸੀ, ਜੇ ਉਹਨਾਂ ਨੂੰ ਅੱਜ 18000 20000 25000 30000 ਮਿਲੇਗੀ ਤਾਂ ਸਿੱਧਾ ਫਾਇਦਾ ਤਾਂ ਹੋ ਰਿਹਾ ਹੈ। ਇਸ ਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈ, ਇਹ ਤਾਂ ਬਹੁਤ ਕਲੀਅਰ ਹੈ। ਤੁਸੀਂ ਕਹਿ ਸਕਦੇ ਹੋ ਕਿ ਇਹਦੇ ਵਿੱਚ ਆਪਾਂ ਨੂੰ ਕੋਈ ਕਨਫਿਊਜ਼ਨ ਨਹੀਂ ਹੈ। ਕਿ ਤੁਹਾਨੂੰ ਲੱਗਦਾ ਹੈ ਕਿ ਵਾਕਈ ਇਸ ਦੇ ਪਿੱਛੇ ਵੀ ਕੋਈ ਸਿਆਸਤ ਹੈ ਜਾਂ ਕੋਈ ਅਜਿਹੀ ਕੁੰਡੀ ਰਹਿ ਗਈ ਜਿਹੜੀ ਸਾਹਮਣੇ ਆਈ ਹੀ ਨਹੀਂ? ਗੌਰਵ ਜੀ, ਜਿਸ ਤਰ੍ਹਾਂ ਦੀ ਆਪਾਂ ਡਿਬੇਟ ਕਰ ਰਹੇ ਹਾਂ, ਸਮੇਂ-ਸਮੇਂ ਤੇ ਸਰਕਾਰਾਂ ਜਦੋਂ ਵੀ ਜਿਹੜੇ ਆਪਣੇ ਅਧਿਆਪਕ ਸੀਗੇ ਇਹਨਾਂ ਦੇ ਨਾਲ ਬੈਠਕਾਂ ਹੁੰਦੀਆਂ ਰਹੀਆਂ ਨੇ, ਕੋਈ ਵੀ ਸਰਕਾਰ ਰਹੀ, ਚਾਹੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ, ਚਾਹੇ ਕਾਂਗਰਸ ਦੀ ਸਰਕਾਰ ਰਹੀ, ਸਮੇਂ-ਸਮੇਂ ਤੇ ਇਹਨਾਂ ਦੀਆਂ ਕੁਝ ਤਨਖਾਹਾਂ ਦੇ ਵਿੱਚ ਵਾਧਾ ਹੁੰਦਾ ਰਿਹਾ। ਲੇਕਿਨ ਇੱਥੇ ਦੋ ਗੱਲਾਂ ਦੇ ਉੱਤੇ ਸਾਨੂੰ ਵੇਖਣਾ ਪਊਗਾ। ਪਹਿਲੀ ਗੱਲ ਤਾਂ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਉਹ ਵਾਅਦਾ ਯਾਦ ਕਰਾ ਦਿਆਂ ਕਿ ਜਿਹੜਾ ਇਹਨਾਂ ਨੇ ਕਿਹਾ ਸੀ ਕਿ ਅਸੀਂ ਤੁਹਾਨੂੰ ਜਿਹੜਾ ਰੈਗੂਲਰ ਸ਼ਬਦ ਹੈ ਪੱਕਾ, ਜਿਹੜੀਆਂ ਸਹੂਲਤਾਂ ਉਹਨਾਂ ਅਧਿਆਪਕਾਂ ਨੂੰ ਮਿਲਦੀਆਂ ਜੀ, ਤੁਹਾਨੂੰ ਉਸੇ ਤਰ੍ਹਾਂ ਉਹ ਸਹੂਲਤਾਂ ਮਿਲਣਗੀਆਂ, ਇਹਨਾਂ ਨੇ ਵਾਅਦਾ ਕੀਤਾ ਸੀ। ਲੇਕਿਨ ਜੋ ਅੱਜ ਦਾ ਨੋਟੀਫਿਕੇਸ਼ਨ ਜਾਂ ਜੋ ਅੱਜ ਦੀ ਜਿਹੜੀ ਗੱਲਬਾਤ ਦੱਸ ਰਹੀ ਹੈ, ਉਹਦੇ ਵਿੱਚ ਜਿਹੜੇ ਇਹ ਅਧਿਆਪਕ ਕੱਚਿਆਂ ਤੋਂ ਕਹਿੰਦੇ ਅਸੀਂ ਕੱਚੇ ਹਟਾਤਾ ਤੇ ਪੱਕੇ ਕਰਤੇ ਜੀ, ਉਹ ਪੱਕੇ ਇਸ ਤਰ੍ਹਾਂ ਹੋ ਗਏ ਕਿ ਸਾਰੀ ਉਮਰ ਜਦੋਂ ਤੱਕ ਉਹਨਾਂ ਨੇ ਨੌਕਰੀ ਕਰਨੀ ਹੈ ਜੀ, ਉਦੋਂ ਤੱਕ ਉਹ ਬਾਉਂਡ ਕਰ ਦਿੱਤੇ ਗਏ ਨੇ। ਉਹ ਕਦੇ ਵੀ ਪੱਕੇ ਅਧਿਆਪਕਾਂ ਵਾਲੇ ਕੇਡਰ ਦੇ ਵਿੱਚ ਨਹੀਂ ਜਾਣਗੇ, ਕਿਉਂਕਿ ਜੋ ਸਿੱਖਿਆ ਵਿਭਾਗ ਦੇ ਰੂਲ ਨੇ ਜੀ, ਉਹ ਇਹਨਾਂ ਦੇ ਜਿਹੜੇ ਰੈਗੂਲਰ ਅਧਿਆਪਕ ਹੈ ਉਹਨਾਂ ਦੇ ਲਾਗੂ ਹੁੰਦੇ ਨੇ, ਲੇਕਿਨ ਇਹਨਾਂ ਦੇ ਉੱਪਰ ਉਹ ਰੂਲ ਲਾਗੂ ਨਹੀਂ ਹੁੰਦੇ। ਠੀਕ ਹੈ। ਪਹਿਲੀ ਗੱਲ ਮੈਨੂੰ ਵਾਲੀਆ ਸਾਹਿਬ ਇਸ ਗੱਲ ਦਾ ਜਵਾਬ ਦੇ ਦੇਣ ਕਿ ਸਿੱਖਿਆ ਵਿਭਾਗ ਦੇ ਵਿੱਚ ਜਿਹੜੇ ਇਹ ਅਧਿਆਪਕ ਤੁਸੀਂ ਪੱਕੇ ਕੀਤੇ ਹੈ, ਇਹਨਾਂ ਨੂੰ ਕਿਹੜੇ ਟੀਚਰ ਦਾ ਦਰਜਾ ਦਿੱਤਾ ਹੈ? ਪਹਿਲਾਂ ਤਾਂ ਮੇਰਾ ਇਹ ਜਵਾਬ ਦੇ ਦੇਣ। ਠੀਕ ਹੈ। ਦੂਜਾ ਜਵਾਬ ਮੇਰਾ ਇਹ ਦੇ ਦੇਣ ਕਿ ਜਿਹੜੇ ਅਧਿਆਪਕ ਇਸ ਗੱਲ ਦੇ ਨਾਲ ਨੌਕਰੀ ਕਰਦੇ ਰਹੇ ਕਿ ਸਾਨੂੰ ਰੈਗੂਲਰ ਅਧਿਆਪਕ ਵਾਲੇ ਲਾਭ ਮਿਲਣਗੇ, ਕੀ ਹੁਣ ਇਹਨਾਂ ਦੇ ਉੱਪਰ ਜੇ ਕੋਈ ਪੇ ਕਮਿਸ਼ਨ ਬਹਿੰਦਾ ਹੈ, ਕੀ ਉਹਦਾ ਫੈਸਲਾ ਲਾਗੂ ਹੋਵੇਗਾ? ਕੀ ਕਿਸੇ ਅਧਿਆਪਕ ਦਾ ਨਾ ਰੱਬ ਨਾ ਕਰੇ ਕਿਸੇ ਦਾ ਕੋਈ ਨੁਕਸਾਨ ਹੋ ਜਾਂਦਾ ਹੈ, ਕੀ ਤਰਸ ਦੇ ਆਧਾਰ ਦੇ ਉੱਤੇ ਉਹਦੇ ਪਰਿਵਾਰ ਨੂੰ ਨੌਕਰੀ ਮਿਲਣ ਦਾ ਪ੍ਰਾਵਧਾਨ ਇਹਦੇ ਵਿੱਚ ਹੈ? ਇਹਨਾਂ ਗੱਲਾਂ ਦਾ ਜਵਾਬ ਦੇਣ। ਕੀ ਉਹਨੂੰ ਪੂਰੀ ਗ੍ਰੈਜੂਏਟੀ ਜਿਹੜੀ ਉਹਦੇ ਕਿਸੇ ਡੈਥ ਤੋਂ ਬਾਅਦ ਮਿਲਦੀ ਹੈ, ਕੀ ਉਹ ਮਿਲੇਗੀ? ਮੇਰੀਆਂ ਤਿੰਨ ਗੱਲਾਂ ਦਾ ਜਵਾਬ ਦੇ ਦੇਣ। ਮੈਂ ਠੀਕ ਹੈ, ਚਲੋ ਜਵਾਬ ਲੈਣੇ ਆ ਸੋਢੀ ਸਾਹਿਬ ਆਪਾਂ। ਮੈਂ ਹਰਪ੍ਰੀਤ ਜੀ ਤੁਹਾਡੇ ਤੋਂ ਜਵਾਬ ਲਵਾਂਗਾ, ਇੱਕ ਵਾਰ ਪਹਿਲਾਂ ਅਲੂਵਾਲੀਆ ਸਾਹਿਬ ਕਲੀਅਰ ਕਰ ਦੇਣ। ਸਭ ਤੋਂ ਪਹਿਲੀ ਗੱਲ ਹੈ ਗੌਰਵ ਜੀ, ਕਿਹੜੇ ਟੀਚਰ ਦਾ ਦਰਜਾ? ਨਹੀਂ ਮੈਂ ਤੁਹਾਨੂੰ ਸਾਰੀ ਗੱਲਾਂ ਦੱਸਦਾ। ਇਹਦੇ ਅੰਦਰ 5 ਤੇ 6 ਇਹਦੇ ਅੰਦਰ ਡਿਫਰੈਂਟ ਡਿਪਾਰਟਮੈਂਟਸ ਨੇ, ਕੋਈ ਵਾਲੰਟੀਅਰਸ ਨੇ, ਕੋਈ MA BEd ਨੇ, ਕੋਈ ਇਕੱਲੇ BA ਨੇ। ਸਭ ਤੋਂ ਪਹਿਲੀ ਗੱਲ ਹੈ, ਇਹ ਅੱਜ ਸਾਡੇ ਤੋਂ ਸਵਾਲ ਕਰ ਰਹੇ, ਸਾਨੂੰ ਖੁਸ਼ੀ ਹੈ, ਅਸੀਂ ਇਹਨਾਂ ਦਾ ਜਵਾਬ ਵੀ ਦੇਣਾ ਚਾਹੁੰਦੇ, ਪਰ ਸਭ ਤੋਂ ਪਹਿਲਾ ਕੁਐਸਚਨ ਹੈ ਕਿ 3500 ਰੁਪਏ ਤੇ ਕੋਈ ਟੀਚਰ ਕੰਮ ਕਰ ਸਕਦਾ? ਇਹਨਾਂ ਨੇ ਰੱਖਿਆ ਨਾ, ਇਹਨਾਂ ਨੇ ਰੱਖੇ ਸੀਗੇ ਤਦ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀਗੀ, ਇਹਨਾਂ ਨੇ ਤਦ ਉਹ ਟੀਚਰ ਰੱਖੇ। ਇਹ ਹੁਣ ਕਹਿਣਗੇ ਨਹੀਂ ਜੀ ਉਹ ਨੈਸ਼ਨਲ ਦੀ ਸਕੀਮ ਆਈ ਸੀ। ਨੈਸ਼ਨਲ ਦੀ ਸਕੀਮ ਆਈ ਸੀ ਤਦ ਕਿਹਦੀ ਸਰਕਾਰ ਸੀ ਜੀ?
ਤਦ ਤੁਹਾਡੇ ਤੋਂ ਪੱਕੇ ਨਹੀਂ ਕੀਤੇ ਗਏ। ਉਸ ਤੋਂ ਬਾਅਦ ਉਹ ਸਕੀਮ ਡਿਸਕੰਟੀਨਿਊ ਹੋ ਗਈ ਔਰ ਉਹਨਾਂ ਨੂੰ ਕਹਿਤਾ ਜੀ ਕੱਢ ਦਿਓ। ਔਰ 3500 ਦੇ ਉੱਤੇ 2012 ਤੋਂ ਲੈ ਕੇ 2023 ਤੱਕ ਅਗਰ ਕੋਈ ਬੰਦਾ ਅਧਿਆਪਕ ਡਿਊਟੀ ਕਰਦਾ ਰਿਹਾ ਤੇ ਅੱਜ ਉਹ ਵਧਾ ਕੇ 15000 20000 25000 ਤੱਕ ਕਰਤੀਆਂ। ਉਹ ਕਿਹਨੇ ਕੀਤੀਆਂ ਜੀ? ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕੀਤੀ। ਤੁਸੀਂ ਰੈਗੂਲਰ ਕਰਨ ਦਾ ਦਾਅਵਾ ਕੀਤਾ ਸੀ, ਉਹਨਾਂ ਵਾਅਦਾ ਕਰ ਰਹੇ ਹਾਂ ਰੈਗੂਲਰ ਕਰਾਂਗੇ। ਅਸੀਂ ਕਹਿੰਦੇ ਆ ਕਿ ਅੱਜ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੀ ਇੱਕ ਜਵਾਬ ਹੈਗਾ ਵੀ 3500 ਤੇ ਤੁਸੀਂ ਰੱਖੇ ਸੀਗੇ, ਅਸੀਂ ਕਰਤੇ 25000। ਹਾਂ ਠੀਕ ਹੈ। ਇਹ ਕਿਨੇ ਕੀਤੇ? ਸਰਦਾਰ ਭਗਵੰਤ ਸਿੰਘ ਮਾਨ ਨੇ। ਮਤਲਬ ਤੁਹਾਨੂੰ ਲੱਗ ਰਿਹਾ ਹੈ ਕਿ ਘੱਟੋ ਘੱਟ ਇਸ ਗੱਲ ਦਾ ਵੈਲਕਮ ਕਰਨਗੇ ਜਿਹਨੂੰ 3500 6000 ਮਿਲ ਰਿਹਾ ਸੀ ਉਹਨੂੰ 20000 ਮਿਲੇਗਾ। ਪਹਿਲੀ ਗੱਲ ਵੈਲਕਮ ਜੀ। ਸੈਕਿੰਡ ਗੱਲ ਇਹਨਾਂ ਨੂੰ ਰੈਗੂਲਰਾਈਜ਼ ਕਰਤਾ। ਕੱਚੇ ਅਧਿਆਪਕ ਨਹੀਂ ਨੇ, ਇਹਨਾਂ ਦੀ 58 ਸਾਲ ਤੱਕ ਨੌਕਰੀ ਰਹੂਗੀ। ਠੀਕ ਹੈ। ਇਹਨਾਂ ਨੂੰ ਜਿਹੜੇ ਕੋਈ ਕੱਢੇਗਾ ਨਹੀਂ ਨੌਕਰੀ ਸਾਰੀ ਹਾਂ ਬਿਲਕੁਲ ਪੇ ਕਮਿਸ਼ਨ ਵਾਲਾ ਸਾਰੇ ਅਲਾਉਂਸ ਮਿਲਣਗੇ। ਉਹ ਗੱਲ ਸੁਣੋ ਸੋਢੀ ਸਾਹਿਬ, ਤੁਹਾਡੇ ਤੋਂ ਕੀਤਾ ਨਹੀਂ ਗਿਆ, ਕਿਸੇ ਸਰਕਾਰ ਨੇ ਕਰਤਾ, ਤੁਹਾਨੂੰ ਤਕਲੀਫ ਕਾਹਦੀ ਹੋ ਰਹੀ ਹੈ? ਭੈਣ ਬੈਠੀ ਹੈ, ਦੇ ਦੇਗੀ ਜਵਾਬ ਤੁਹਾਨੂੰ ਤਕਲੀਫ ਕਾਹਦੀ ਹੈ ਜਦ ਉਹ ਖੁਸ਼ ਨੇ? ਠੀਕ ਹੈ ਚਲੋ ਇੱਕ ਇੱਕ ਕਰਕੇ ਸੋਢੀ ਸਾਹਿਬ ਨੇ ਤੁਹਾਡੇ ਕੋਲ ਆਵਾਂਗਾ ਨਾ, ਇੱਕ ਇੱਕ ਕਰਕੇ ਲੋਕਾਂ ਨੂੰ ਸਮਝ ਆਵੇਗਾ। ਤੋਂ ਕੀਤਾ ਹੀ ਨਹੀਂ ਗਿਆ, ਜਿਹੜੀ ਸਰਕਾਰ ਨੇ ਕਰਤਾ। ਅੱਜ ਤੁਸੀਂ ਕਹਿੰਦੇ ਨਹੀਂ ਜੀ ਇਹਨਾਂ ਨੂੰ ਉਹ ਪੈਕਸ ਨਹੀਂ ਮਿਲਣਗੇ। ਅਸੀਂ ਸਭ ਤੋਂ ਪਹਿਲਾਂ ਕਹਿ ਰਹੇ ਹਾਂ ਅਸੀਂ ਪੱਕੇ ਕਰਤੇ, ਤੁਹਾਡੇ ਤੋਂ ਨਹੀਂ ਕੀਤੇ ਗਏ। 3500 ਸੀ ਅਸੀਂ ਕੀ ਕਰਦੇ? ਕੋਈ ਸੈਂਸਸ ਚ ਡਿਊਟੀ ਨਹੀਂ ਲੱਗੇਗੀ। ਚਲੋ ਇੱਕ ਸੈਕਿੰਡ ਆਪਾਂ ਸੁਣਦੇ ਹਾਂ। ਇੱਕ ਸੈਕਿੰਡ ਗੌਰਵ ਜੀ, ਸਾਡਾ ਮੇਨ ਏਜੰਡਾ ਐਜੂਕੇਸ਼ਨ ਸੀਗਾ। ਅੱਜ ਸਰਦਾਰ ਭਗਵੰਤ ਸਿੰਘ ਮਾਨ ਨੇ ਪ੍ਰੂਵ ਕਰਤਾ ਕਿ ਸਕੂਲਸ ਕੱਲੇ ਅੱਛੇ ਕਰ ਰਹੇ, ਅਸੀਂ ਟੀਚਰਸ ਨੂੰ ਪੱਕੇ ਕਰ ਰਹੇ ਹਾਂ। ਔਰ ਉਹਦਾ ਅੱਜ ਇਹ ਰਿਜ਼ਲਟ ਹੈ ਕਿ ਪੰਜਾਬ ਦੇ ਅੰਦਰ ਇੱਕ ਆਵਾਜ਼ ਆ ਰਹੀ ਹੈ, ਪੂਰੇ ਦੇਸ਼ 'ਚ ਇੱਕ ਆਵਾਜ਼ ਆ ਰਹੀ ਹੈ ਕਿ ਅਗਰ ਕੋਈ ਮੁੱਖ ਮੰਤਰੀ ਹੈ ਤੇ ਉਹ ਸਰਦਾਰ ਭਗਵੰਤ ਸਿੰਘ ਮਾਨ ਹੈ। ਅਗਰ ਕੋਈ ਕੰਮ ਕਰ ਸਕਦਾ ਹੈ ਤੇ ਸਰਦਾਰ ਭਗਵੰਤ ਸਿੰਘ ਮਾਨ। ਠੀਕ ਹੈ ਚਲੋ ਪਤਾ ਕੀ ਗੱਲ ਹੈ, ਮੈਂ ਇਸ ਕਰਕੇ ਰਿਕੁਐਸਟ ਕਰ ਰਿਹਾ ਜੀ ਇਹਨਾਂ ਦੋਨਾਂ ਨੂੰ ਪੁੱਛੋ। ਮੈਂ ਜਵਾਬ ਲੈਣਾ ਸਰ, ਜਵਾਬ ਲੈਣਾ ਕਿ ਇਹ ਗੱਲ ਸਿਰਫ ਆਪਾਂ ਜਿਹੜੀ ਕਰ ਰਹੇ ਹਾਂ ਇਹ ਸਾਰੇ ਲੋਕਾਂ ਤੱਕ ਪਹੁੰਚ ਰਹੀ ਹੈ, ਦਰਸ਼ਕਾਂ ਤੱਕ। ਔਰ ਬਹੁਤ ਸਾਰੇ ਮੈਸੇਜ ਲਾਈਵ ਸ਼ੋਅ ਦੇ ਵਿੱਚ ਮੇਰੇ ਕੋਲ ਫੋਨ ਦੇ ਉੱਤੇ ਵੀ ਆ ਰਹੇ ਨੇ, ਜਿਹੜੇ ਲੋਕ ਜਾਣਨਾ ਚਾਹੁੰਦੇ ਨੇ ਕਿ ਠੀਕ ਹੈ ਅਧਿਆਪਕਾਂ ਵਾਲੇ ਪਾਸੇ ਹੋ ਗਿਆ ਜਾਂ ਕੱਚਿਆਂ ਨੂੰ ਪੱਕਾ ਕਰ ਦਿੱਤਾ ਜਾਂ ਪੇ ਸਕੇਲ ਦੇ ਵਿੱਚ ਇਜ਼ਾਫਾ ਕਰ ਦਿੱਤਾ ਜਾਂ ਸਪੈਸ਼ਲ ਕਾਡਰ ਬਣਾ ਦਿੱਤਾ, ਪਰ ਦੂਜੇ ਪਾਸੇ ਜਿਹੜੇ ਅਲੱਗ-ਅਲੱਗ ਹੋਰ ਡਿਪਾਰਟਮੈਂਟਸ ਦੇ ਵਿੱਚ ਕੱਚੇ ਹੈਗੇ ਨੇ ਉਹਨਾਂ ਨੂੰ ਲੈ ਕੇ ਵੀ। ਇਸ ਕਰਕੇ ਮੈਂ ਚਾਹ ਰਿਹਾ ਕਿ ਲੋਕਾਂ ਨੂੰ ਪਤਾ ਲੱਗੇ ਕਿ ਆਖਿਰ ਹੋਇਆ ਕੀ ਹੈ। ਜਿਹੜੇ ਕੱਚੇ ਹੋਰ ਡਿਪਾਰਟਮੈਂਟ ਦੇ ਵਿੱਚ ਆ ਉਹਨਾਂ ਨੂੰ ਵੀ ਕਲੀਅਰ ਹੋਏਗਾ ਕਿ ਹਾਂ ਜੇ ਅਧਿਆਪਕਾਂ ਵਾਲੇ ਪਾਸੇ ਫੈਸਲਾ ਆਇਆ ਤਾਂ ਸਾਡੇ ਵਾਲੇ ਪਾਸੇ ਵੀ ਜਲਦ ਆਏਗਾ। ਥੋੜਾ ਵੇਟ ਕਰੋ, ਇੱਕ ਵਾਰੀ ਆਪਾਂ ਹਰਪ੍ਰੀਤ ਜੀ ਦਾ ਜਵਾਬ ਲੈ ਲਈਏ। ਹਰਪ੍ਰੀਤ ਜੀ ਤੁਸੀਂ ਦੱਸੋ। ਦੇਖੋ ਇੱਕ ਤਾਂ ਜਿਹੜੇ ਤੱਥ ਨਿਕਲ ਕੇ ਸਾਹਮਣੇ ਆ ਰਹੇ ਨੇ, ਕਹਿੰਦੇ ਤਨਖਾਹ ਦੇ ਵਿੱਚ ਇਜ਼ਾਫਾ ਪਹਿਲੀ ਵਾਰ ਵੀ ਹੋਇਆ, ਪਹਿਲੀ ਵਾਰ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਹੋਇਆ। ਤੇ ਦੂਜੀ ਗੱਲ ਜੋ ਬਹੁਤ ਅਹਿਮ ਪੁਆਇੰਟ ਚੁੱਕਿਆ ਜਾ ਰਿਹਾ ਹੈ, ਕਹਿੰਦੇ ਇਹ ਇੱਕ ਸਪੈਸ਼ਲ ਕੈਡਰ ਬਣਾ ਦਿੱਤਾ ਗਿਆ। ਸਮਝਣ ਦੀ ਗੱਲ ਹੈ ਕਿ ਇੱਕ ਸਪੈਸ਼ਲ ਕੈਡਰ ਬਣਾ ਦਿੱਤਾ ਗਿਆ, ਜਿਨ੍ਹਾਂ ਨੂੰ ਉਹਨਾਂ ਦੇ ਵਿੱਚ ਪਾ ਦਿੱਤਾ ਸਪੈਸ਼ਲ ਕੈਡਰ ਦੇ ਵਿੱਚ, ਉਹ ਹੁਣ ਸਾਰੀ ਜ਼ਿੰਦਗੀ ਰੈਗੂਲਰ ਨਹੀਂ ਹੋ ਪਾਣਗੇ। ਉਹਨਾਂ ਦੀ ਹਰ ਸਾਲ 5% ਇਜ਼ਾਫਾ ਸੈਲਰੀ ਦੇ ਵਿੱਚ ਹੁੰਦਾ ਰਹੇਗਾ। 58 ਸਾਲ ਤੱਕ ਨੌਕਰੀ ਕਰੋ। ਜਿਹੜਾ ਤੁਸੀਂ ਰੈਗੂਲਰ ਹੋਣ ਬਾਰੇ ਸੋਚ ਰਹੇ ਸੀ, ਜਿਹੜੇ ਹੋਰ ਰੈਗੂਲਰ ਟੀਚਰ ਨੇ ਉਹਨਾਂ ਦੀ ਤਰ੍ਹਾਂ, ਉਹ ਨਹੀਂ ਹੋ ਪਾਏਗਾ। ਕੀ ਐਵੇਂ ਹੀ ਹੈ? ਬਿਲਕੁਲ ਨਹੀਂ ਜੀ। ਪਹਿਲਾਂ ਤਾਂ ਮੇਰਾ ਇਹ ਸਵਾਲ ਆ ਕਿ ਇਹ ਕਹਿੰਦੇ ਆ ਵੀ ਸਾਡੀਆਂ ਸਰਕਾਰਾਂ ਵੇਲੇ ਤਨਖਾਹਾਂ ਵਧੀਆਂ ਰਹੀਆਂ। ਬਿਲਕੁਲ ਨਹੀਂ। ਇਹਨਾਂ ਦੀ ਜਿਹੜੀ ਸਰਕਾਰ ਸੀ 14 ਸਾਲਾਂ ਬਾਅਦ ਲਾਠੀਆਂ ਖਾ ਕੇ, ਨਹਿਰਾਂ 'ਚ ਛਾਲਾਂ ਮਾਰ ਕੇ, ਬਿਲਡਿੰਗਾਂ ਤੇ ਚੜ ਕੇ 1000 ਦਾ ਵਾਧਾ ਦਿੱਤਾ ਸਾਨੂੰ। 14 ਵਰਿਆਂ ਦੇ ਸੰਤਾਪ ਦੇ ਬਾਅਦ ਸਾਨੂੰ ਕਿਹੜੇ ਸਾਲ 'ਚ ਹੋਇਆ ਸੀ ਉਹ ਵਾਧਾ? ਉਹ 2018 ਓਪੀ ਸੋਨੀ ਜੀ ਦੇ ਟਾਈਮ 'ਚ ਹੋਇਆ ਸੀ 1000 ਦਾ ਵਾਧਾ। ਪਟਿਆਲੇ 'ਚ ਅਸੀਂ ਡਾਂਗਾ ਖਾਧੀਆਂ, ਦੀਨਾਨਗਰ 'ਚ ਅਸੀਂ ਡਾਂਗਾ ਖਾਧੀਆਂ। ਤਸ਼ੱਦਦ ਸਾਡੇ ਤੇ ਢਾਏ ਗਏ। ਕਾਦੇ ਵਾਸਤੇ? 14 ਸਾਲਾਂ ਬਾਅਦ 1000 ਦਾ ਵਾਧਾ ਦਿੱਤਾ। ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਇਹਨਾਂ ਸਰਕਾਰਾਂ ਨੂੰ ਅੱਜ ਪੱਕਿਆ ਨਹੀਂ ਕੀਤਾ ਗਿਆ, ਇਹਨਾਂ ਦੀਆਂ ਤਨਖਾਹਾਂ ਨਹੀਂ ਵਧਾਈਆਂ, ਇਹਨਾਂ ਨੇ ਆਪਦੀਆਂ ਪਿਛਲੀਆਂ ਸਰਕਾਰਾਂ 'ਚ ਕੀ ਕੀਤਾ? ਸਾਨੂੰ ਬੈਕਡੋਰ ਐਂਟਰੀਆਂ ਦੱਸਿਆ। ਜਦੋਂ ਅਸੀਂ ਇਹਨਾਂ ਕੋਲ ਜਾਂਦੇ ਸੀ, ਸਾਡੀਆਂ ਚਲੋ ਤਨਖਾਹਾਂ ਹੀ ਵਧਾ ਦਿਓ, 6000 ਤੇ ਸਾਡੇ ਘਰਾਂ ਦੇ ਗੁਜ਼ਾਰੇ ਨਹੀਂ ਹੁੰਦੇ। ਸਾਡੀਆਂ ਮੈਡਮਾਂ ਕਈ ਵਾਰ ਘਰਾਂ 'ਚ ਪੋਚੇ ਲਾਉਣ ਜਾਂਦੀਆਂ, ਕੋਈ ਸਿਲਾਈ ਕਰਦਾ, ਤੇ ਇਹਨਾਂ ਦਾ ਇੱਕ ਹੀ ਜਵਾਬ ਹੁੰਦਾ ਸੀ, ਸਾਡੇ ਖਜ਼ਾਨੇ ਖਾਲੀ ਆ। ਜਦੋਂ ਹੁਣ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਜੀ ਦੀ ਸਰਕਾਰ ਆਈ, ਸਾਡੇ ਮਾਣਯੋਗ ਹਰਜੋਤ ਬੈਂਸ ਜੀ ਸਿੱਖਿਆ ਮੰਤਰੀ ਸਾਹਿਬ, ਜਿਨ੍ਹਾਂ ਨੇ ਸਾਡੇ ਲਈ ਰਾਤ ਦਿਨ ਇੱਕ ਕੀਤਾ, ਮੈਂ ਅੱਜ ਉਹਨਾਂ ਦੀ ਤਾਰੀਫ ਵੀ ਕਰਦੀ ਹਾਂ ਤੇ ਧੰਨਵਾਦ ਵੀ ਕੀਤੀਆਂ। ਉਹਨਾਂ ਨੇ ਰਾਤ ਦਿਨ ਸੌਂ ਕੇ ਨਹੀਂ ਦੇਖਿਆ, ਪੂਰਾ ਡਿਪਾਰਟਮੈਂਟ ਬਿਠਾਤਾ ਵੀ ਜਿਨ੍ਹਾਂ ਨੂੰ ਬੈਕਡੋਰ ਐਂਟਰੀ ਕਿਹਾ ਜਾਂਦਾ ਸੀ ਉਹਨਾਂ ਦਾ ਪੱਕੇ ਕੀਤਾ ਜਾਵੇ ਪਾਲਿਸੀ 'ਚ ਲਿਆ ਕੇ। ਅੱਜ ਤੱਕ 1.5 ਸਾਲ ਹੋ ਗਿਆ, ਕਦੀ ਸਾਡੇ ਸਿੱਖਿਆ ਮੰਤਰੀ ਸਾਹਿਬ ਨੇ
ਸਰਦਾਰ ਹਰਜੋਤ ਬੈਂਸ ਸਾਹਿਬ ਨੇ ਜਾਂ ਸਾਡੇ ਸੀਐਮ ਸਾਹਿਬ ਨੇ ਕਦੀ ਅੱਜ ਤੱਕ ਨਹੀਂ ਕਿਹਾ ਮੀਟਿੰਗਾਂ 'ਚ ਕਿ ਖਜ਼ਾਨਾ ਖਾਲੀ ਆ। ਉਹਨਾਂ ਨੇ ਹਮੇਸ਼ਾ ਸਾਡੇ ਨਾਲ ਇੱਕ ਗੱਲ ਕੀਤੀ ਆ, ਬਈ ਤੁਹਾਨੂੰ ਅਸੀਂ ਪੱਕਿਆਂ ਕਰਾਂਗੇ, ਤੁਹਾਡੀਆਂ ਤਨਖਾਹਾਂ ਚੰਗੀਆਂ ਹੋਣਗੀਆਂ, ਤੁਹਾਨੂੰ ਜਿਹੜਾ ਕਿਸੇ ਦੇ ਘਰਾਂ 'ਚ ਆ ਕੇ ਪੋਚਾ ਨਹੀਂ ਲਾਉਣਾ ਚਾਹੀਦਾ, ਜਿਹੜਾ ਲਾਉਣਾ ਨਹੀਂ ਪਏਗਾ। ਨਹੀਂ ਹਰਪ੍ਰੀਤ ਜੀ ਠੀਕ ਹੈ, ਤੁਹਾਡੀ ਗੱਲ ਆ ਗਈ। ਇੱਕ ਚੀਜ਼ ਤੁਸੀਂ ਇਹ ਵੀ ਦੱਸੋ ਕਿ ਇਹ ਹਰਪ੍ਰੀਤ ਕੌਰ ਦੇ ਬਿਆਨ ਨਹੀਂ ਆ, ਇਹ 12710 ਟੀਚਰਾਂ ਦੇ ਬਿਆਨ ਹੈ। ਕਿਵੇਂ ਸਮਝਿਆ ਜਾਵੇ ਕਿ ਸਾਰੇ ਤੁਹਾਡੀ ਤਰ੍ਹਾਂ ਸੋਚ ਰਹੇ ਨੇ ਕਿ ਹਾਂ ਬਹੁਤ ਖੁਸ਼ ਹਾਂ ਅਸੀਂ, ਸਾਡੇ ਕੋਲ ਤਨਖਾਹ ਦੇ ਵਿੱਚ ਇਜ਼ਾਫਾ ਹੋਇਆ, ਅਸੀਂ ਰੈਗੂਲਰ ਹੋ ਗਏ? ਬਿਲਕੁਲ, ਇਹ ਸਾਡੇ 12000 ਜਿਹੜੇ ਆ ਟੀਚਰਾਂ ਦੇ ਬਿਆਨ ਆ। ਉਹਨਾਂ ਦੇ ਘਰ ਅੱਜ ਖੁਸ਼ੀ ਦਾ ਮਾਹੌਲ ਆ, ਜਿਵੇਂ ਵਿਆਹ ਹੁੰਦਾ ਨਾ ਘਰ ਵਿੱਚ, ਇਵੇਂ ਦੇ ਮਾਹੌਲ ਆ। ਅੱਖਾਂ ਨਮ ਸਾਰਿਆਂ ਦੀਆਂ, ਕਿਉਂਕਿ ਖੁਸ਼ੀ ਨਾ ਉਹ ਵੀ ਕਦੀ ਟਾਈਮ ਹੁੰਦਾ ਸੀ ਜਦੋਂ ਅਸੀਂ ਰੋਂਦੇ ਨਾ ਘਵਾਉਂਦੇ ਸੀ, ਪਰ ਪਹਿਲੀ ਸਰਕਾਰ ਵੇਖੀ ਆ ਜਿਹੜੀ ਸਾਡੇ ਨਾਲ ਮੀਟਿੰਗਾਂ ਦੇ ਬੈਠਦੀ ਰਹੀ ਆ, ਬਿਨਾਂ ਕਿਸੇ ਰੈਲੀ ਧਰਨੇ ਤੋਂ, ਬਿਨਾਂ ਕਿਸੇ ਡਾਂਗਾ ਖਾਦਿਆਂ ਤੋਂ, ਬਿਨਾਂ ਆਪਾਂ ਚੁੰਨੀਆਂ ਪੜਵਾਇਆਂ ਤੋਂ। ਇਹਨਾਂ ਨੂੰ ਦੱਸੋ, ਇਹਨਾਂ ਨੂੰ ਇੱਕ ਗੱਲ ਪੁੱਛਣੀ ਚਾਹੁੰਦੀ ਆ, ਤੁਸੀਂ ਇੱਕ ਵਾਰੀ ਦੱਸ ਦਿਓ, ਜੇ ਪਿਛਲੀਆਂ ਸਰਕਾਰਾਂ 'ਚ ਇੱਕ ਵੀ ਮੀਟਿੰਗ ਕਿਸੇ ਨੇ ਸਾਡੇ ਲਾਠੀ ਚਾਰਜ ਕੀਤੇ ਬਿਨਾਂ ਕੀਤੀ ਹੋਵੇ? ਕਈ ਵਾਰ ਇੰਨਾ ਲਾਠੀ ਚਾਰਜ ਪਿਛਲੀ ਸਰਕਾਰ ਵੇਲੇ ਦੇ ਲੋ 250 ਗੋਲਾ ਇਹਨਾਂ ਨੇ ਸਾਡੇ ਤੇ ਅਥਰੂ ਗੈਸ ਦਾ ਛੱਡਿਆ ਸੀ, ਪਰ ਇਹ ਸਰਕਾਰ, ਮੈਂ ਸਰਦਾਰ ਹਰਜੋਤ ਬੈਂਸ ਜੀ ਨੂੰ ਧੰਨਵਾਦ ਕਰਦੀ ਤੇ ਲੋਕਾਂ ਨੂੰ ਇੱਕ ਚੀਜ਼ ਦੱਸਣਾ ਚਾਹੁੰਦੀ ਆ, ਇਹ ਉਹ ਸਿੱਖਿਆ ਮੰਤਰੀ ਸਾਹਿਬ ਆ ਜਿਨ੍ਹਾਂ ਦੀ ਮੀਟਿੰਗ 'ਚ ਪੰਜਾਬ ਭਵਨ 'ਚ ਮੈਂ ਕਹਿੰਦਾ ਰੋਂਦੀ ਗਈ ਸੀ। ਮੇਰੇ ਸਾਰੇ ਸਾਥੀ ਸੀਗੇ, ਅਸੀਂ ਉਹਨਾਂ ਨੂੰ ਰੋ ਕੇ ਕਿਹਾ ਬਈ ਸਾਡਾ ਇੰਨੇ ਨਾਲ ਗੁਜ਼ਾਰਾ ਨਹੀਂ ਹੁੰਦਾ। ਉਹਨਾਂ ਨੇ ਆਪਣੇ OSD ਸਾਹਿਬ ਨੂੰ ਕੁਰਸੀ ਤੋਂ ਉਠਾਤਾ, ਲਾਗੇ ਬਿਠਾਇਆ, ਮੈਨੂੰ ਕੁਰਸੀ ਦਿੱਤੀ ਤੇ ਨਾਲ ਹੱਥ ਫੜ ਕੇ ਵਾਅਦਾ ਇਹ ਚੀਜ਼ ਦਾ ਕੀਤਾ ਕਿ ਅਸੀਂ ਤੁਹਾਨੂੰ ਭੈਣ ਭਰਾ ਮੰਨਦੇ ਆ ਤੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪੱਕਿਆਂ ਕਰਾਂਗੇ। ਇਹਨਾਂ ਦੀ ਸਰਕਾਰ ਵੇਲੇ ਇਹ ਕਦੀ ਦਰਵਾਜ਼ਾ ਨਹੀਂ ਸੀ ਸਾਨੂੰ ਟੱਪਣ ਦਿੰਦੇ, ਤੇ ਉਹੀ ਸਿੱਖਿਆ ਮੰਤਰੀ ਸਾਹਿਬ ਆ ਜਿਹੜਾ ਸਾਨੂੰ ਬੜਾ ਗੁੱਸਾ ਹੈ ਤੁਹਾਡਾ ਹੈ ਸਾਬਕਾ ਸਰਕਾਰਾਂ ਦੇ ਨਾਲ। ਸਰਕਾਰਾਂ ਸਾਨੂੰ ਪਿਛਲੀਆਂ ਤੇ ਗੁੱਸਾ, ਸਾਡੇ ਤੁਹਾਡੇ ਉੱਤੇ ਟੈਗ ਲੱਗ ਜਾਣਾ ਜੇ ਤੁਸੀਂ ਇਸ ਤਰੀਕੇ ਨਾਲ ਹੀ ਸਾਬਕਾ ਸਰਕਾਰਾਂ ਤੇ ਸਵਾਲ ਚੁੱਕੋਗੇ, ਆਮ ਆਦਮੀ ਪਾਰਟੀ ਵਾਲਾ ਟੈਗ ਨਾ ਲੱਗ ਜਾਵੇ। ਬਿਲਕੁਲ ਟੈਗ ਲੱਗ ਜਾਏ, ਉਹ ਕੋਈ ਗੱਲ ਨਹੀਂ, ਕਿਉਂਕਿ ਪਿਛਲੀਆਂ ਸਰਕਾਰਾਂ ਵੇਲੇ ਅਸੀਂ ਜਿਹੜੇ ਤਸ਼ੱਦਦ ਜਿਹੜੇ ਨਾਲ ਢਾਏ ਆ ਉਹ ਅਸੀਂ ਆਪਣੇ ਪਿੰਡੇ ਤੇ ਹੰਡਾਏ ਆ, ਕਿਉਂਕਿ ਅਸੀਂ ਜੇਲਾਂ ਕੱਟੀਆਂ। ਕਿਹੜੀਆਂ ਕੁੜੀਆਂ ਟਾਵਰਾਂ ਤੇ ਚੜ੍ਹਦੀਆਂ ਸੀ ਪਿਛਲੀਆਂ ਸਰਕਾਰਾਂ ਵੇਲੇ, ਸਾਨੂੰ ਟਾਵਰਾਂ ਤੇ ਚੜ੍ਹਨਾ ਪੈ ਗਿਆ। ਮੈਂ ਕਿਉਂਕਿ ਪਰਮਵੀਰ ਜੀ ਬਹੁਤ ਦੇਰ ਦੇ ਕੁਝ ਕਹਿਣਾ ਚਾਹ ਰਹੇ ਨੇ, ਟੈਂਕੀਆਂ ਵਾਲਾ ਰਿਵਾਜ ਖਤਮ? ਬਿਲਕੁਲ ਖਤਮ ਜੀ। ਜਦ ਸਰਕਾਰ ਸਾਡੇ ਨਾਲ ਟੇਬਲ ਟਾਕ ਕਰਦੀ ਆ ਤੇ ਮੈਨੂੰ ਨਹੀਂ ਲੱਗਦਾ ਸਾਨੂੰ ਟੈਂਕੀਆਂ ਤੇ ਚੜ੍ਹਨਾ ਪਊਗਾ, ਸਰਕਾਰ ਸਾਡੇ ਨਾਲ ਬੈਠਦੀ ਆ। ਠੀਕ ਹੈ ਪਰਮਵੀਰ ਜੀ ਦੇਖੋ ਗੌਰਵ ਜੀ, ਜਿਹੜਾ ਝੂਠ ਹੈ ਨਾ, ਜਿੰਨਾ ਮਰਜ਼ੀ ਉੱਚੀ ਆਪਾਂ ਬੋਲ ਰਹੀ ਹੋ, ਰਹਿਣਾ ਝੂਠ ਹੈ। ਦੇਖੋ ਸਰਕਾਰ ਨੇ 10 ਸਤੰਬਰ 2022 ਨੂੰ 8736 ਟੀਚਰ ਪੱਕੇ ਕੀਤੇ, 21 ਫਰਵਰੀ 2023 ਨੂੰ 14417 ਕਹਿੰਦੇ ਅਸੀਂ ਪੱਕੇ ਕੀਤੇ, 10 ਜੂਨ 2023 ਨੂੰ 14000 ਕੰਟਰੈਕਚੁਅਲ EMPLOYE ਕਹਿੰਦੇ ਅਸੀਂ ਪੱਕੇ ਕੀਤੇ, 28 ਜੁਲਾਈ ਜੋ ਕਿ ਅੱਜ ਇਹ ਕਹਿ ਰਹੇ ਆ 12710 ਜਿਹੜੇ ਟੀਚਰ ਹੈ ਕਹਿੰਦੇ ਅਸੀਂ ਪੱਕੇ ਕੀਤੇ। ਮੈਂ ਦੋ ਚੀਜ਼ਾਂ ਬੜਾ, ਹਰਪ੍ਰੀਤ ਜੀ ਹੈਗੇ ਨੇ ਮੇਰੇ ਭੈਣ ਨੇ, ਮੈਂ ਆਪ ਮਠਾਈ ਦਾ ਡੱਬਾ ਲੈ ਕੇ ਸ਼ਰੇਆਮ TV ਚੈਨਲ ਤੇ ਆ ਕੇ ਇਹਨਾਂ ਦਾ ਮੂੰਹ ਮਿੱਠਾ ਕਰਾਵਾਂਗਾ। ਮੈਂ ਇੱਕ ਐਡਵੋਕੇਟ ਆ ਤੇ ਮੈਂ ਇਹਨਾਂ ਦਾ ਮੂੰਹ ਮਿੱਠਾ ਤਾਂ ਕਰਾਵਾਂਗਾ ਵੀ ਆਉਣ ਵਾਲੇ 10 ਦਿਨਾਂ ਦੇ ਵਿੱਚ CSR ਰੂਲ ਅੰਡਰ ਕਲੌਜ਼ 4B ਜੋ ਕਿ ਰੈਗੂਲਰ ਇੰਪਲੋਇਮੈਂਟ ਦੇ ਉੱਪਰ ਜਦੋਂ ਸਰਟੀਫਿਕੇਟ ਇਸ਼ੂ ਕੀਤਾ ਜਾਂਦਾ ਹੈ, ਉਹ ਇਹਨਾਂ ਨੂੰ ਸਰਕਾਰ ਦਵੇ ਤੇ ਮੈਂ ਆਪ ਮੂੰਹ ਮਿੱਠਾ ਕਰਾਵਾਂਗਾ। ਕਿਉਂਕਿ ਮੇਰੇ ਭੈਣ ਬੋਲ ਤਾਂ ਬਹੁਤ ਰਹੇ ਨੇ, ਪਰ ਪ੍ਰੋਵਾਈਜ਼ੋ ਜਿਹੜਾ ਸਖਤ ਹੈ ਉਹ ਇਹ ਕਹਿੰਦਾ ਵੀ ਇਹਨਾਂ ਦੀ ਸਰਵਿਸ ਕੰਡੀਸ਼ਨ ਦੇ ਉੱਪਰ CSR ਰੂਲਸ ਨਹੀਂ ਲੱਗਣਗੇ, ਇਹਨਾਂ ਦੀਆਂ ਕੰਡੀਸ਼ਨਾਂ ਦੇ ਉੱਪਰ ਗਵਰਨਮੈਂਟ EMPLOYEES ਕੰਡਕਟ ਰੂਲ 1966 ਲੱਗਣਗੇ। ਔਰ ਕਲੌਜ਼ 8 ਜਿਹੜਾ ਪਾਲਿਸੀ ਦਾ ਕਲੀਅਰ ਹੈ ਵੀ ਇਹਨਾਂ ਦੀਆਂ ਪੋਸਟਾਂ ਕਦੀ ਰੈਗੂਲਰ ਕਾਡਰ ਤੇ ਨਹੀਂ ਆਣਗੀਆਂ ਤੇ ਸਰਕਾਰ ਰੈਗੂਲਰ ਕਾਡਰ ਦੇ ਉੱਪਰ ਟੀਚਰਾਂ ਦੀ ਭਰਤੀ ਸ਼ੁਰੂ ਕਰੇਗੀ। ਦੂਸਰੀ ਗੱਲ, ਹਰਪ੍ਰੀਤ ਜੀ ਨੇ ਕਿਹਾ ਵੀ ਟੈਂਕੀਆਂ ਦਾ ਰਿਵਾਜ ਖਤਮ ਹੋ ਗਿਆ। ਸ਼ਾਇਦ ਸ਼ਰੂਤੀ ਸ਼ਰਮਾ ਜਿਨ੍ਹਾਂ ਨੂੰ ਕੇਜਰੀਵਾਲ ਸਾਹਿਬ ਨੇ ਆਪਣੀ ਭੈਣ ਬਣਾਇਆ ਸੀ, PTI ਟੀਚਰ ਜਿਹੜੇ 446 ਟੀਚਰ ਹੈ ਅੱਜ ਵੀ ਟੈਂਕੀ ਤੇ ਬੈਠੇ ਨੇ। ਕੰਪਿਊਟਰ ਟੀਚਰ ਪ੍ਰੋਟੈਸਟ ਕਰ ਰਹੇ ਆ ਰੈਗੂਲਰਾਈਜੇਸ਼ਨ ਲਈ। ETT ਟੀਚਰਸ ਜਿਹੜੇ ਹੈਗੇ ਆ ਉਹ ਪ੍ਰੋਟੈਸਟ ਕਰ ਰਹੇ ਆ। ਮੈਰੀਟੋਰੀਅਸ ਟੀਚਰ ਯੂਨੀਅਨ ਜਿਹੜੀ ਆ ਉਹ ਪ੍ਰੋਟੈਸਟ ਕਰ ਰਹੀ ਹੈ। ਮੈਂਬਰਸ ਆਫ ਐਜੂਕੇਸ਼ਨ ਪ੍ਰੋਵਾਈਡਰ। ਮੈਂ ਪਰਮਵੀਰ ਜੀ ਠੀਕ ਹੈ, ਤੁਹਾਡੀ ਗੱਲ ਆ ਗਈ, ਤੁਸੀਂ ਆਪਣੀ ਗੱਲ ਰੱਖ ਲਓ, ਮੇਰੇ ਕੋਲ ਸਮਾਂ ਬਹੁਤ ਪਿੱਛੇ। ਔਰ ਜਿਹੜੀ ਮੇਰਾ ਇੱਕ ਸਵਾਲ ਹੈ ਸਰ, ਮੇਰਾ ਇੱਕ ਸਵਾਲ ਹੈ ਸਰ। ਪਰਮਵੀਰ ਜੀ ਇੱਕ ਸੈਕਿੰਡ ਸੁਣਿਓ ਤੁਹਾਡੀ ਗੱਲ ਆ ਗਈ। ਔਰ ਹੋਪਫੁਲੀ ਜਿਹੜਾ ਤੁਸੀਂ CSR ਰੂਲ ਦਾ ਜ਼ਿਕਰ ਕਰ ਰਹੇ ਹੋ, ਉਹ ਵੀ ਮੇਰੇ ਕੋਲ ਬਹੁਤ ਸਾਰੇ ਮੈਸੇਜ ਨੇ ਕਿ CSR ਰੂਲ ਲਾਗੂ ਕਰੋ, ਉਹ ਨਹੀਂ ਹੋ ਰਿਹਾ, ਉਸ ਦੇ ਉੱਤੇ ਹੈ। ਮੇਰਾ ਇੱਕ ਬਹੁਤ ਛੋਟਾ ਜਿਹਾ ਸਵਾਲ ਹੈ ਪਰਮਵੀਰ ਜੀ, ਜੇ ਤੁਸੀਂ ਜਾਂ ਮੈਂ ਇੱਕ ਇੰਡੀਵਿਜੂਅਲ ਤੌਰ ਦੇ ਉੱਤੇ ਕਿਸੇ ਦਾ ਨਾਮ ਨਾ ਲਵਾਂ, ਕਿ ਜੇਕਰ ਕੋਈ ਸ਼ਖਸ 6000 ਰੁਪਏ ਦੇ ਉੱਤੇ ਕੰਮ ਕਰ ਰਿਹਾ ਹੈ, ਪਿਛਲੇ 10-15 ਸਾਲ ਤੋਂ ਧੱਕੇ ਖਾ ਰਿਹਾ, ਪ੍ਰਦਰਸ਼ਨ ਕਰ ਰਿਹਾ ਹੈ, ਕਿ ਤੁਹਾਡੇ ਮੁਤਾਬਿਕ ਜਿਹੜੇ ਟੀਚਰਾਂ ਨੂੰ ਅੱਜ ਲੈਟਰ ਦਿੱਤੇ ਗਏ ਜਾਂ ਫਿਰ ਜਿਨ੍ਹਾਂ ਨੂੰ ਰੈਗੂਲਰ ਕਰਨ ਦਾ ਇਹ ਸਪੈਸ਼ਲ ਕੈਡਰ ਦੇ ਵਿੱਚ ਪਾ ਕੇ ਦਿੱਤਾ ਗਿਆ, ਉਹਨਾਂ ਨੂੰ ਇਹ ਡਿਨਾਈ ਕਰ ਦੇਣਾ ਚਾਹੀਦਾ ਹੈ ਕਿ ਨਹੀਂ, ਸਾਨੂੰ ਨਹੀਂ ਚਾਹੀਦਾ? ਤੁਹਾਨੂੰ ਇਹ ਲੱਗ ਰਿਹਾ ਹੈ? ਦੇਖੋ
ਉਹ ਕਹਿਣ ਕਿ ਨਹੀਂ ਅਸੀਂ 6000 ਤੇ ਰਹਾਂਗੇ, ਸਾਨੂੰ 11-20000 ਚਾਹੀਦਾ। ਹਾਲੇ ਮੇਰੇ ਜਿਹੜੇ ਟੀਚਰ ਭੈਣ ਭਰਾ ਨੇ ਨਾ, ਉਹਨਾਂ ਕੋਲ ਇੱਕ ਸਿੰਪਲ ਫਾਰਮ ਭਰਾਇਆ ਗਿਆ ਜਿਹਦੇ ਵਿੱਚ ਇਹ ਸ਼ਰਤਾਂ ਬਿਲਕੁਲ ਨਹੀਂ ਦਿਖਾਈਆਂ ਗਈਆਂ। ਇਹ ਤਾਂ ਸ਼ਰਤਾਂ ਬਾਅਦ ਚ ਉਹਨਾਂ ਨੂੰ ਜਦੋਂ ਪਤਾ ਲੱਗਣਗੇ, ਮੈਂ ਫਾਰਮ ਵੀ ਤੁਹਾਨੂੰ ਭੇਜ ਦੇਣਾ, ਸਿੰਪਲ ਫਾਰਮ ਹੈ ਜਿਹੜਾ ਫਿਲ ਕਰਾਇਆ ਗਿਆ। ਦੂਸਰੀ ਗੱਲ ਇਹ ਕਹਿ ਰਹੇ ਸੀ ਵੀ ਸ਼੍ਰੋਮਣੀ ਅਕਾਲੀ ਦਲ ਨੇ ਕੁਝ ਨਹੀਂ ਕੀਤਾ। ਸ਼੍ਰੋਮਣੀ ਅਕਾਲੀ ਦਲ ਪਹਿਲੀ ਸਰਕਾਰ ਸੀ ਜਿਨ੍ਹਾਂ ਨੇ ਰੈਗੂਲਰਾਈਜੇਸ਼ਨ ਆਫ ਕੰਟਰੈਕਚੁਅਲ EMPLOYEES ਐਕਟ 2017 ਬਣਾਇਆ ਸੀ। ਉਹਦੇ ਵਿੱਚ ਪ੍ਰੋਵਾਈਜ਼ੋ ਇਹ ਸੀ ਵੀ 3 ਸਾਲ ਜਿਹੜਾ ਕੰਟਰੈਕਚੁਅਲ EMPLOYEES ਹੋਏਗਾ ਉਹ ਰੈਗੂਲਰ ਕਾਡਰ ਦੇ ਵਿੱਚ ਆ ਜਾਏਗਾ। ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਨੇ ਇੱਕ 7 ਮੈਂਬਰੀ ਕਮੇਟੀ ਬਣਾਤੀ ਜਿਹਦੇ ਵਿੱਚ ਉਹਦੇ ਚ ਕਹਿ ਦਿੱਤਾ ਗਿਆ ਵੀ ਇਹਦਾ ਜਿਹੜਾ 3 ਸਾਲ ਦਾ ਜਿਹੜਾ ਪੀਰੀਅਡ ਆ ਉਹਨੂੰ ਵਧਾ ਕੇ 7 ਸਾਲ ਕਰ ਦਿੱਤਾ ਜਾਵੇ। ਔਰ ਉਸ ਤੋਂ ਬਾਅਦ ਤਾਂ ਆਮ ਆਦਮੀ ਪਾਰਟੀ ਉਸ ਤੋਂ ਵੀ ਅੱਗੇ ਲੰਘ ਗਈ। ਉਸ ਐਕਟ ਨੂੰ ਪਰਮਵੀਰ ਜੀ ਗੱਲ ਇਹ ਨਾ ਕਿ ਜਿਹੜੇ 15 ਸਾਲ ਦਾ ਜ਼ਿਕਰ ਹੋ ਰਿਹਾ ਉਹਦੇ ਵਿੱਚ 7-8 ਸਾਲ ਤੁਹਾਡੇ ਵੀ ਨੇ, ਅਕਾਲੀ ਦਲ ਦੀ ਸਰਕਾਰ ਦੇ 7-8 ਸਾਲ ਦੱਸ ਰਿਹਾ ਜੀ, ਮੈਂ ਗੱਲ ਦੱਸ ਰਿਹਾ। ਔਰ ਜੋ ਜਿਹੜਾ ਐਕਟ ਜਿਹੜਾ ਲਾਗੂ ਕਰਨਾ ਸੀ, ਜਿਹੜਾ ਵਿਧਾਨ ਸਭਾ ਦੇ ਵਿੱਚ ਪਾਸ ਹੋਇਆ ਸੀ, ਉਸ ਐਕਟ ਨੂੰ ਲਾਗੂ ਕੀ ਕਰਨਾ ਸੀ, ਪਰ ਇੱਕ ਨਵੀਂ ਪਾਲਿਸੀ ਲਈ ਹੈ। ਮੇਰਾ ਸਿੰਪਲ ਜਿਹਾ ਕੁਐਸਚਨ ਹੈ, ਸਨੀ ਆਹਲੂਵਾਲੀਆ ਜੀ ਇਹ ਦੱਸ ਦੇਣ ਵੀ ਜਿਹੜੇ ਅਪਾਇੰਟਮੈਂਟ ਲੈਟਰ ਹੈ ਅੰਡਰ CSR ਰੂਲਸ ਕਲੌਜ਼ 4B ਦੇ ਵਿੱਚ ਦਿੱਤੇ ਗਏ ਹੈ ਕਿ ਜਿਹੜੇ ਇਹਨਾਂ ਦੇ ਗਵਰਨਮੈਂਟ EMPLOYEES ਕੰਡਕਟ ਰੂਲਸ 1966 ਹੈ, ਔਰ ਜਿਹੜਾ ਪ੍ਰੋਵਾਈਜ਼ੋ 8 ਹੈ ਜਿਹੜਾ ਕਲੀਅਰ ਕਹਿ ਰਿਹਾ ਵੀ ਇਹਨਾਂ ਦੀ ਜਿਹੜੀ। ਠੀਕ ਹੈ, ਚਲੋ ਜਵਾਬ ਲੈ ਲਓ ਸਰ, ਤੁਹਾਡਾ ਸਵਾਲ ਆ ਗਿਆ, ਪੁਆਇੰਟਸ ਆ ਗਏ ਸਾਰੇ। ਆਹਲੂਵਾਲੀਆ ਜੀ ਤੋਂ ਜਵਾਬ ਲੈ ਲਓ। ਆਹਲੂਵਾਲੀਆ ਜੀ। ਪਰਮਵੀਰ ਜੀ ਮੇਰਾ ਭਰਾ ਬੜਾ ਵਧੀਆ ਸਿਆਣਾ ਐਡਵੋਕੇਟ ਹੈ, ਪਰ ਮੈਨੂੰ ਇਹਨਾਂ ਦੀ ਸਿਆਣਗੀ ਦੀ ਇੱਕ ਗੱਲ ਹੀ ਸਮਝ ਆਈ ਵੀ 10 ਸਾਲ ਸਰਕਾਰ ਰਹੀ ਤਦ ਇੱਕ ਵੀ ਇਹਨਾਂ ਨੇ ਐਡਵਾਈਸ ਨਹੀਂ ਦਿੱਤੀ ਕਿ ਬਾਦਲ ਸਾਹਿਬ ਨੇ ਇਹਨਾਂ ਦੀ ਐਡਵਾਈਸ ਸੁਣੀ ਨਹੀਂ। ਹੁਣ ਪਰਮਵੀਰ ਜੀ ਬਾਰ-ਬਾਰ ਕਹਿ ਰਹੇ ਜੀ 2000। ਪਰਮਵੀਰ ਜੀ ਸੁਣੋ ਨਾ ਯਾਰ, ਤੁਸੀਂ ਭਰਾਓ ਸਾਡੇ, ਸੁਣੋ। ਮੈਂ ਤੁਹਾਨੂੰ ਕਹਿ ਰਿਹਾ, ਮੈਂ ਤੁਹਾਡੀ ਤਾਰੀਫ ਕਰ ਰਿਹਾ, ਸੁਣੋ ਇਸ ਗੱਲ ਨੂੰ। ਤੁਸੀਂ ਬਹੁਤ ਅੱਛੇ ਆਈਡੀਆਜ਼ ਦੇ ਰਹੇ ਹੋ, ਬੜੇ ਅੱਛੇ, ਪਰ ਤੁਹਾਡੀ ਸਰਕਾਰ 'ਚ ਇੱਕ ਵੀ ਆਈਡੀਆ ਨਹੀਂ ਮੰਨਿਆ ਗਿਆ। 10 ਸਾਲ ਤੁਹਾਡੀ ਸਰਕਾਰ ਰਹਿੰਦੀ ਹੈ, 2017 ਜਦ ਇਲੈਕਸ਼ਨ ਹੁੰਦੇ ਅਸੀਂ ਇਹੀ ਤੇ ਕਹਿੰਦੇ ਆ। ਸਰਦਾਰ ਭਗਵੰਤ ਸਿੰਘ ਮਾਨ ਕਹਿੰਦੇ ਕੀ ਹੈ, ਹਰਜੋਤ ਬੈਂਸ ਜੀ ਕਹਿੰਦੇ ਕਿ ਫੈਸਲੇ ਪਹਿਲੇ ਸਾਲ ਲੈਣੇ ਹੁੰਦੇ, ਜਾਣਦੇ ਹੋਏ ਫੈਸਲੇ ਨਹੀਂ ਲਿੱਤੇ ਜਾਂਦੇ, ਉਹ ਫਿਰ ਤੁਸੀਂ ਪੂਰੇ ਨਹੀਂ ਕਰ ਸਕਦੇ। ਤੁਸੀਂ ਬਾਰ-ਬਾਰ ਕਹਿੰਦੇ ਹੋ ਜੀ ਇਹ ਪੁਆਇੰਟ ਨੰਬਰ A, ਪੁਆਇੰਟ ਨੰਬਰ 4, ਪੁਆਇੰਟ ਨੰਬਰ 5। ਉਹ ਗੱਲ ਸੁਣੋ, 3500 ਤਾਂ ਤੁਸੀਂ ਬੰਦੇ ਰੱਖੇ, ਉਸ ਤੋਂ ਬਾਅਦ ਉਹਨਾਂ ਦੀ ਸੈਲਰੀਆਂ ਨਹੀਂ ਵਧਾਈਆਂ। ਅੱਜ ਅਸੀਂ ਉਹਨਾਂ ਦੀ ਸੈਲਰੀਆਂ 25000 ਕਰਤੀਆਂ, ਤੁਹਾਨੂੰ ਤਾਂ ਤਾਰੀਫ ਕਰਨੀ ਚਾਹੀਦੀ। ਤੁਸੀਂ ਦੱਸਿਆ ਹੀ ਨਹੀਂ ਸਰ ਹਜੇ ਕਿਸੇ ਨੂੰ, ਉਹ ਇਹ ਕਹਿ ਰਹੇ ਨੇ ਕਹਿੰਦੇ ਇੱਕ ਫਾਰਮ ਸਾਈਨ ਕਰਵਾ ਲਿਆ, ਸ਼ਰਤਾਂ ਦੱਸੀਆਂ ਹੀ ਨਹੀਂ। ਪਤਾ ਕੀ ਹੈ, ਇਹ ਵਕੀਲ ਨੇ ਨਾ, ਇਹਨਾਂ ਦੀ ਐਕਚੁਅਲੀ ਕੀ ਹੈ, ਇਹ ਸੱਚੇ ਨੇ, ਇਹ ਅਕਾਲੀ ਦਲ ਦੇ ਵਿਚਾਰੇ ਰਿਪਰੈਜ਼ੈਂਟੇਟਿਵ ਨੇ। ਉਹਨਾਂ ਦੇ ਟਾਈਮ ਤੇ ਇਹਨਾਂ ਦੀ ਕੋਈ ਸੁਣਦਾ ਨਹੀਂ ਸੀ। ਅਸੀਂ ਤਾਂ ਕਹਿ ਰਹੇ ਹਾਂ ਇਹਨਾਂ ਨੇ ਜਿਹੜੇ ਪੁਆਇੰਟਸ ਸਾਰਿਆਂ ਨੇ ਸੁਣੀ ਹੈ, ਉਹ ਤੁਹਾਡੀ ਕਦੀ ਤਾਂ ਤੁਹਾਡੇ ਤੋਂ ਕੀਤਾ ਨਹੀਂ ਗਿਆ। ਤੁਸੀਂ ਕੀਤਾ ਜਿਹੜੀ ਤੁਸੀਂ ਪਾਲਿਸੀ ਦੀ ਗੱਲ ਕਰ ਰਹੇ ਹੋ ਨਾ, ਗਵਰਨਮੈਂਟ ਆਫ ਇੰਡੀਆ ਦੀ ਨੋਟੀਫਿਕੇਸ਼ਨ 2016 ਚ ਆਈ ਸੀ ਵੀ ਰੈਗੂਲਰਾਈਜੇਸ਼ਨ ਪਾਲਿਸੀ ਸਰਕਾਰ ਦੇ ਅੰਦਰ ਇੱਕ ਵੀ ਬੰਦਾ ਇਹਨਾਂ ਨੇ ਪਰਮਾਨੈਂਟ ਨਹੀਂ ਕੀਤਾ। ਤੁਸੀਂ ਇੱਕ ਸਵਾਲ ਪੁੱਛਿਆ ਸੀਗਾ, ਮੈਂ ਉਹਦਾ ਜਵਾਬ ਦੇਦਾ। ਤੁਸੀਂ ਕਿਹਾ ਜੀ ਕੱਲੇ ਐਜੂਕੇਸ਼ਨ ਲਈ ਨੇ ਕਿ ਹੋਰ ਕੰਟਰੈਕਚੁਅਲ EMPLOYEES ਲਈ ਵੀ ਹੈ। ਅਸੀਂ ਦੱਸਣਾ ਚਾਹੁੰਦੇ ਹਾਂ, ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਲੀਅਰ ਕੀਤਾ ਕਿ ਮੇਰੇ ਤੇ ਵਿਸ਼ਵਾਸ ਰੱਖਿਓ, ਮੈਂ ਇਹਨਾਂ ਦਾ ਕਰਤਾ, ਅਗਲਾ ਨੰਬਰ ਤੁਹਾਡਾ। ਤੇ ਇਸ ਕਰਕੇ ਇਹ ਜਿਹੜੇ ਵੀ ਕੰਟਰੈਕਚੁਅਲ EMPLOYEES ਨੇ ਸਭ ਨੂੰ ਪੱਕਾ ਕੀਤਾ ਜਾਏਗਾ। ਸਰਕਾਰ ਦੀ ਤਾਂ ਪਾਲਿਸੀ ਹੈ ਕਿ ਅਸੀਂ ਨੌਕਰੀ ਕੱਚੀ ਤਾਂ ਦਿੰਦੇ ਹੀ ਨਹੀਂ, ਪੱਕੀ ਦਿੰਦੇ। ਇਹਨਾਂ ਦੀ ਪਾਲਿਸੀਆਂ ਨੇ ਕਿ ਦੇਖੋ 3 ਸਾਲ 'ਚ ਕੁਝ ਬੰਦੇ ਐਕਸ ਅਮਾਉਂਟ ਰਿਟਾਇਰ ਹੁੰਦਾ, ਇਹ ਚੌਥੇ ਸਾਲ ਨੌਕਰੀਆਂ ਕੱਢਦੇ, ਫਿਰ ਉਹ ਕੋਰਟ ਚੜ ਜਾਂਦੀਆਂ, 5ਵੇਂ ਸਾਲ ਤੱਕ ਰੱਖਿਆ ਨਹੀਂ ਜਾਂਦਾ। 15 ਸਾਲ 2017 ਤੋਂ ਲੈ ਕੇ 2023 ਤੱਕ ਇਹਨਾਂ ਨੂੰ ਪੁੱਛੋ ਇਹਨਾਂ ਨੇ ਕਿੰਨੇ EMPLOYEES ਰੱਖੇ। ਜੇ ਆਪਣੇ ਸਿਰਫ 17 ਤੋਂ ਲੈ ਕੇ ਤਾਂ 23 ਤੱਕ ਕਾਂਗਰਸ ਰਹੀ ਨਾ ਸਰ, ਮੈਂ ਤੇ ਕਹਿ ਰਿਹਾ ਵੀ ਉਸ 'ਚ 10 ਸਾਲ ਇਹਨਾਂ ਦੇ ਸੀ, 10 ਸਾਲ ਸਿਰਫ ਆਪਣੇ ਰਿਸ਼ਤੇਦਾਰਾਂ ਨੂੰ ਨੌਕਰੀਆਂ ਦਿੱਤੀਆਂ। ਇਹ ਸਰਕਾਰ ਠੀਕ ਹੈ, ਚਲੋ ਇੱਕ ਵਾਰੀ ਮੈਂ ਛੋਟੀ ਸਾਹਿਬ ਦਾ ਰੁਕ ਕਰਾਂ, ਥੋੜੇ ਵੇਟ ਕਰਿਓ। ਸਨੀ ਜੀ ਮੇਰਾ ਜਵਾਬ ਲੈ ਲਓ ਜੀ, ਛੋਟਾ ਜਿਹਾ ਸਵਾਲ ਰੱਖਿਓ, ਛੋਟਾ ਜਿਹਾ ਜਵਾਬ ਰੱਖਿਓ ਸਰ ਪਲੀਜ਼। 1,47,890 EMPLOYEES ਰੱਖ ਰਗੇ ਰੈਗੂਲਰ ਪੋਸਟ ਤੇ, ਔਰ ਇੱਕ ਵੀ ਪੋਸਟ ਸਾਡੀ ਚੈਲੰਜ ਨਹੀਂ ਹੋਈ। ਤੁਹਾਡੀ ਸਰਕਾਰ ਵਾਲੇ ਠੀਕ ਹੈ, ਥੋੜੇ ਵੇਟ ਕਰੋ। ਛੋਟੀ ਸਾਹਿਬ ਦਾ ਰੁਕ ਕਰਾਂ, ਛੋਟੀ ਸਾਹਿਬ ਸੋਢੀ ਸਾਹਿਬ ਇੱਕ ਸੈਕਿੰਡ ਪਰਮਵੀਰ ਜੀ ਆਹਲੂਵਾਲੀਆ ਸਾਹਿਬ ਥੋੜਾ ਜਿਹਾ ਵੇਟ ਕਰਿਓ। ਦੇਖੋ ਲੋਕਾਂ ਤੱਕ ਗੱਲ ਪਹੁੰਚੇ, ਆਪਾਂ ਸਾਰੇ ਬੋਲਦੇ ਰਹਾਂਗੇ, ਗੱਲ ਨਹੀਂ ਪਹੁੰਚੇਗੀ। ਠੀਕ ਆ, ਆਪਾਂ ਆਪਣੇ ਦਾਅਵੇ ਨੇ ਨਾ ਸਰ, ਉਹਨਾਂ ਦੇ ਵੀ ਦਾਅਵੇ ਨੇ ਕਿ 47-48 ਹਜ਼ਾਰ ਨੌਕਰੀਆਂ ਉਹਨਾਂ ਨੇ ਦਿੱਤੀਆਂ ਆਪਣੇ ਸਮੇਂ ਦੇ ਵਿੱਚ। ਸੋਢੀ ਸਾਹਿਬ ਮੈਂ ਤੁਹਾਡਾ ਰੁਕ ਕਰ ਰਿਹਾ। ਦੇਖੋ ਜੋ ਮੈਂ ਸਵਾਲ ਕਰ ਰਿਹਾ ਸੀਗਾ ਕਿ ਸਪੈਸ਼ਲ ਕਾਡਰ ਵਾਲਾ, ਪਰ ਜੇਕਰ ਅਧਿਆਪਕ ਜੋ ਧਰਨੇ ਪ੍ਰਦਰਸ਼ਨ ਕਰ ਰਹੇ ਸੀ ਜੇ ਉਹ ਸੰਤੁਸ਼ਟ ਨਜ਼ਰ ਆ ਰਹੇ ਨੇ ਤਾਂ ਇੱਕ ਪੂਰੀ ਤਰਕੀਬ ਤਾਂ ਕੱਢੀ ਗਈ ਨਾ ਸਰਕਾਰ ਦੇ ਵੱਲੋਂ ਉਹਨਾਂ ਤੱਕ ਰਾਹਤ ਪਹੁੰਚਾਉਣ ਦੇ ਲਈ। ਤੁਹਾਨੂੰ ਲੱਗਦਾ ਕਿ ਸਾਬਕਾ ਸਰਕਾਰਾਂ ਜਿਹੜੀਆਂ ਸਮੇਂ ਦੀਆਂ ਰਹੀਆਂ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਜੇ ਰੈਗੂਲਰ ਵਾਲੇ ਪਾਸੇ ਜਾਂ CSR ਵਾਲੇ ਪਾਸੇ ਨਹੀਂ ਜਾ ਰਹੇ ਜਾਂ ਫਿਰ ਕੋਈ ਹੋਰ ਇਹਨਾਂ ਨੂੰ ਰਾਹਤ ਨਹੀਂ ਮਿਲ ਰਹੀ, ਕਿ ਕੋਈ ਨਾ ਕੋਈ ਤਾਂ ਤਰਕੀਬ ਕੱਢੀ ਜਾਵੇ ਕਿ ਕਿਸੇ ਤਰੀਕੇ ਨਾਲ ਰਾਹਤ ਪਹੁੰਚੇ? ਦੇਖੋ ਗੌਰਵ ਜੀ, ਜਦੋਂ ਕੋਈ ਐਲਾਨ ਹੁੰਦਾ ਹੈ ਤੇ ਐਲਾਨ ਹੋਣ ਤੋਂ ਬਾਅਦ ਜਦੋਂ ਕੋਈ ਉਹਦਾ ਨੋਟੀਫਿਕੇਸ਼ਨ ਹੁੰਦਾ ਤੇ ਸਾਰੀ ਗੱਲ ਮੁਲਾਜ਼ਮਾਂ ਦੇ ਅੱਗੇ ਸਾਹਮਣੇ ਆਉਂਦੀ ਹੈ। ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੇਖੋਗੇ ਇਹਦੇ ਉੱਤੇ ਕਿੰਨਾ ਕਿੰਤੂ ਪਰੰਤੂ ਉੱਠਣਾ ਹੈ। ਮੈਂ ਇੱਕ ਗੱਲ ਜਦੋਂ ਇਹ ਗੱਲ ਕਹੀ ਸੀ ਕਿ ਜਿਹੜੇ ਸਿੱਖਿਆ ਵਿਭਾਗ ਦੇ ਰੈਗੂਲਰ ਟੀਚਰ ਨੇ, ਜਿਹੜੇ ਸਿੱਖਿਆ ਵਿਭਾਗ ਦੇ ਨਿਯਮ ਨੇ, ਉਹ ਇਹਨਾਂ ਟੀਚਰਾਂ ਦੇ ਉੱਪਰ ਲਾਗੂ ਨਹੀਂ ਹੋਣਗੇ ਜੀ। ਹੁਣ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ, ਮੈਨੂੰ ਯਾਦ ਆਉਂਦੀ ਹੈ ਭਗਵੰਤ ਮਾਨ ਜੀ ਦੀ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਇਹ ਟੀਚਰ ਅਧਿਆਪਕ ਨੇ
ਠੀਕ ਹੈ, ਸਾਡੀ ਭੈਣ ਹੈ, ਚਲੋ ਉਹਨਾਂ ਜਿਸ ਤਰ੍ਹਾਂ ਦਾ ਉਹਨੇ ਹੌਸਲੇ ਨਾਲ ਗੱਲ ਕਹੀ ਹੈ ਜਾਂ ਉਹ ਸੰਤੁਸ਼ਟ ਨੇ, ਅਸੀਂ ਇਸ ਗੱਲ ਦੇ ਪਾਸੇ ਨਹੀਂ ਜਾਂਦੇ। ਅਸੀਂ ਉਹ ਗੱਲ ਯਾਦ ਕਰਾ ਰਹੇ ਹਾਂ ਕਿ ਜਦੋਂ ਇੱਕ ਵਾਅਦਾ ਕੀਤਾ ਗਿਆ ਹੋਵੇ ਕਿ ਜਿਹੜੇ ਅਧਿਆਪਕ ਕੱਚੇ ਨੇ ਉਹਨਾਂ ਨੂੰ ਅਸੀਂ ਉਹਨਾਂ ਅਧਿਆਪਕਾਂ ਦੇ ਨਿਯਮਾਂ 'ਚ ਲੈ ਕੇ ਆਵਾਂਗੇ ਜਿਹੜੇ ਸਿੱਖਿਆ ਵਿਭਾਗ ਦੇ ਰੈਗੂਲਰ ਨੇ, ਜਿਨ੍ਹਾਂ ਨੂੰ ਸਾਰੇ ਭੱਤੇ ਮਿਲਦੇ ਨੇ। ਮੈਂ ਤੁਹਾਡੀ ਗੱਲ ਨੂੰ ਮੈਂ ਤੁਹਾਡੀ ਸਭ ਜਿੰਨਾ ਸਮਝ ਪਾ ਰਹੇ ਹਾਂ, ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਜੋ ਵਾਅਦਾ ਕੀਤਾ ਸੀ ਉਹ ਨਹੀਂ ਹੈ, ਜੋ ਹੈ ਉਹ ਇੱਕ ਅਲੱਗ ਇਸ਼ੂ ਹੈ ਕਿ ਕਿੰਨਾ ਦਿੱਤਾ ਜਾਂ ਕਿੰਨਾ ਨਹੀਂ, ਕਿ ਜੋ ਵਾਅਦਾ ਕੀਤਾ ਸੀ ਉਹ ਪੂਰਾ ਨਹੀਂ ਹੋਇਆ। ਗੌਰਵ ਜੀ, ਹਾਂ ਪਲੀਜ਼ ਤੁਸੀਂ ਕੰਪਲੀਟ ਕਰ ਲਾਂ ਗੱਲ। ਜੀ ਜੀ। ਹੁਣ ਮੈਨੂੰ ਜਿਹੜੇ ਆਪਣੇ ਆਮ ਆਦਮੀ ਪਾਰਟੀ ਦੇ ਆਗੂ ਬੈਠੇ ਨੇ, ਮੈਨੂੰ ਇਹ ਦੱਸ ਦੇਣ ਕਿ ਜਿਹੜੇ ਸਕੂਲ ਦੇ ਵਿੱਚ ਇਹ ਅਧਿਆਪਕ ਪੜ੍ਹਾਉਣਗੇ ਉਥੋਂ ਦੇ ਦਰਜਾ 4 ਮੁਲਾਜ਼ਮ ਜਿਹੜੇ ਰੈਗੂਲਰ ਨੇ, ਇਹਨਾਂ ਨੂੰ ਅਸੀਂ ਪੱਕਾ ਕਹਿ ਸਕਦੇ ਹਾਂ, ਉਹਨਾਂ ਤੋਂ ਘੱਟ ਤਨਖਾਹ ਹੋਵੇਗੀ। ਕੀ ਉਸ ਸਮੇਂ ਇਹਨਾਂ ਟੀਚਰਾਂ ਦਾ ਅਪਮਾਨ ਨਹੀਂ ਹੋਵੇਗਾ? ਇਹ ਤਾਂ ਪਹਿਲਾਂ ਵੀ ਸੀ ਸਰ, ਉਹ ਤਾਂ ਪਹਿਲਾਂ ਵੀ ਸੀ, 6000 ਰੁਪਏ ਦੇ ਸਮੇਂ ਵਿੱਚ। ਇੱਕ ਮਿੰਟ ਮੇਰੀ ਗੱਲ ਸੁਣੋ ਨਾ ਸੋਢੀ ਸਾਹਿਬ, ਮੈਨੂੰ ਵਾਲੀ ਇੱਕ ਵਾਰੀ ਕੰਪਲੀਟ ਕਰ ਲੈਣ ਦਿਓ, ਬਹੁਤ ਇਤਮਾਨ ਨਾਲ ਸੁਣ ਰਹੇ ਸੀਗੇ। ਗੌਰਵ ਜੀ, ਮੈਂ ਇਹਨਾਂ ਦੀ ਉਸ ਗੱਲ ਨੂੰ ਕਾਟ ਕਰ ਰਿਹਾ ਜਿਹੜਾ ਇਹ ਪੱਕਾ ਸ਼ਬਦ ਕਹਿੰਦੇ ਨੇ, ਜਿਹੜਾ ਰੈਗੂਲਰ ਸ਼ਬਦ ਕਹਿੰਦੇ ਨੇ। ਜੇ ਰੈਗੂਲਰ ਕੀਤੇ ਹੈ ਤੇ ਫਿਰ ਤਾਂ ਨਹੀਂ ਤਨਖਾਹ ਸਿੱਖਿਆ ਵਿਭਾਗ ਦੇ ਟੀਚਰਾਂ ਦੇ ਬਰਾਬਰ ਹੋਣੀ ਚਾਹੀਦੀ ਹੈ। ਫਿਰ ਦਰਜਾ 4 ਮੁਲਾਜ਼ਮ ਰੈਗੂਲਰ ਤੋਂ ਘੱਟ ਕਿਉਂ ਹੈ? ਜਿਹੜੇ ਡਰਾਮਾ ਨਾ ਕਰਨ, ਇਹ ਝੂਠ ਨਾ ਬੋਲਣ। ਦੂਜੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਹੈ ਕਿ ਜਿਹੜੀ ਪੈਨਸ਼ਨ ਸਕੀਮ ਚਾਹੇ ਉਹ ਪੁਰਾਣੀ ਹੈ ਚਾਹੇ ਉਹ ਨਵੀਂ ਹੈ, ਕੀ ਇਹਨਾਂ ਦਾ ਜਿਹੜਾ ਕੇਡਰ ਹੈ ਇਹਨਾਂ ਨੇ ਬਣਾਇਆ ਹੈ, ਜਿਹੜੇ ਅਧਿਆਪਕ ਕੱਚਿਆਂ ਤੋਂ ਪੱਕੇ ਕਰਨ ਦਾ ਐਲਾਨ ਕਰਦੇ ਹੈ, ਕੀ ਉਹਨਾਂ ਤੇ ਇਹ ਜਿਹੜਾ ਹੈਗਾ ਸਕੀਮ ਲਾਗੂ ਹੋਵੇਗੀ? ਠੀਕ ਹੈ, ਚਲੋ ਮੈਂ ਜਵਾਬ ਲੈ ਲਵਾਂ, ਬਹੁਤ ਛੋਟਾ ਜਿਹਾ ਜਵਾਬ ਰੱਖਿਓ। ਮਿੰਟ ਤੋਂ ਬਾਅਦ ਕੀ ਇਹਨਾਂ ਨੂੰ ਪੈਨਸ਼ਨ ਮਿਲੇਗੀ? ਇੱਕ ਸੋਢੀ ਸਾਹਿਬ ਤੇ ਸਾਡੇ ਭਰਾ ਦੂਜੇ ਬੈਠੇ ਨੇ ਵਕੀਲ ਸਾਹਿਬ, ਇਹ ਦੋਨਾਂ ਨੂੰ ਐਟਲੀਸਟ ਅੱਜ ਇਹ ਕਹਿਣਾ ਬੰਦਾ ਸੀ ਕਿ ਅੱਜ ਇਹਨਾਂ ਨੇ ਅਧਿਆਪਕ ਪੱਕੇ ਕਰਤੇ। ਚਲੋ ਨਹੀਂ ਕਹਿਣਾ ਚਾਹੁੰਦੇ ਨਾ ਕਹਿਣ, ਨਹੀਂ ਉਹ ਕਹਿ ਰਹੇ ਕਿ ਜੋ ਤੁਸੀਂ ਵਾਅਦਾ ਕੀਤਾ ਸੀ ਨਾ ਉਹ ਵਾਅਦੇ ਵਰਗਾ ਇਹ ਪੱਕਾ ਨਹੀਂ ਹੈ। ਐਦਾਂ ਹੈ, ਇਹ ਲੋਕ ਤਾਂ ਇਹ ਕਹਿ ਰਹੇ ਵੀ ਅਸੀਂ ਇਹਨਾਂ ਨੂੰ ਪਾਲਿਸੀ ਇਹਨਾਂ ਦੋਨਾਂ ਨੂੰ ਲਿਖ ਕੇ ਦਿੱਤੀ ਸੀ, ਇਹਨਾਂ ਨੇ ਤਾਂ ਕੀਤਾ ਹੀ ਕੱਖ ਨਹੀਂ। ਇਹ ਸਾਨੂੰ ਸਵਾਲ ਪਾ ਰਹੇ। ਅਸੀਂ ਅੱਜ ਫਿਰ ਵੀ ਕਹਿੰਦੇ ਆ, ਭਗਵੰਤ ਮਾਨ ਜੀ ਇੱਕੋ ਗੱਲ ਕਹਿੰਦੇ ਨੇ ਕਿ ਵੀ ਲੋਕਾਂ ਦਾ ਦਰਦ ਮੈਨੂੰ ਪਤਾ ਹੈ, ਅਸੀਂ ਮਹਿਲਾਂ 'ਚ ਬੈਠ ਕੇ ਪਾਲਿਸੀ ਨਹੀਂ ਬਣਾਉਂਦੇ। ਇਹ ਜਿਹੜੀ ਪਾਲਿਸੀ ਬਣੀ ਨਾ, ਕਹਿ ਰਹੇ ਇਹਨਾਂ ਨੇ ਪੜ੍ਹੀ ਨਹੀਂ, ਉਹ ਪਾਲਿਸੀ ਬਣਾਈ ਹੈ ਇਹਨਾਂ ਨੇ। ਪੰਜਾਬ ਭਵਨ 'ਚ ਭੈਣ ਕਹਿੰਦੇ ਆ ਸਾਡੀ ਮੀਟਿੰਗ ਹੁੰਦੀ ਸੀ, ਇਹਨਾਂ ਤੋਂ ਪੁੱਛ ਕੇ ਪਾਲਿਸੀ ਬਣਾਈ ਹੈ, ਤੁਹਾਡੇ ਤੋਂ ਪੁੱਛਿਆ ਨਹੀਂ ਗਿਆ। ਬਸ ਇਹੀ ਪ੍ਰੋਬਲਮ ਹੈ। ਤੁਸੀਂ ਕਹਿ ਰਹੇ ਹੋ ਕਿ ਪਾਲਿਸੀ ਬਣਾਈ ਸੀ ਸਹਿਮਤੀ ਦੇ ਨਾਲ, ਬਸ ਲਾਗੂ ਨਹੀਂ ਕੀਤੀ। ਸਰ ਏਦਾਂ ਹੈ, ਅਸੀਂ ਤਾਂ ਸਹਿਮਤੀ ਤੋਂ ਬਗੈਰ ਸਰਦਾਰ ਭਗਵੰਤ ਸਿੰਘ ਮਾਨ ਤਾਂ ਕੁਝ ਕਰਦਾ ਹੀ ਨਹੀਂ। ਪਾਲਿਸੀ ਜਿਨ੍ਹਾਂ ਲਈ ਬਣਦੀ ਆ ਉਹਨਾਂ ਤੋਂ ਪੁੱਛ ਕੇ ਬਣਾਈ ਜਾਂਦੀ ਹੈ। ਪਰ ਇਹ ਦੋਨਾਂ ਨੂੰ ਤਕਲੀਫ ਹੈ, ਇਹ ਲੋਕ ਪ੍ਰਾਈਵੇਟ ਐਜੂਕੇਸ਼ਨ ਇੰਸਟੀਟਿਊਸ਼ਨ ਤੋਂ ਪੁੱਛਦੇ, ਅਸੀਂ ਆਪਣੇ ਭਰਾਵਾਂ ਭੈਣਾਂ ਤੋਂ ਪੁੱਛਦੇ ਹਾਂ, ਗਰਾਊਂਡ ਲੈਵਲ ਤੋਂ ਰਿਪੋਰਟ ਚੱਕਦੇ ਹਾਂ, ਉਹਨਾਂ ਦੀ ਪਾਲਿਸੀਜ਼ ਨੂੰ ਬਣਾਉਂਦੇ ਹਾਂ। ਸਰਦਾਰ ਭਗਵੰਤ ਸਿੰਘ ਮਾਨ, ਹਰਜੋਤ ਸਿੰਘ ਬੈਂਸ, ਉਹਨਾਂ ਦੀ ਇੱਕ ਨਹੀਂ ਕਈ ਮੀਟਿੰਗਾਂ ਹੋਈਆਂ, ਭੈਣ ਨਾਲ ਬੈਠੀ ਹੈ, ਪੁੱਛ ਸਕਦੇ ਹੋ, ਕਹਿਣ ਦੀ ਲੋੜ ਨਹੀਂ ਪਏਗੀ। ਇਹਨਾਂ ਨੇ ਕਿਹਾ ਡਾਂਗਾ ਖਾਏ ਬਗੈਰ ਮੀਟਿੰਗਾਂ ਹੋਈਆਂ, ਤੁਸੀਂ ਤਾਂ ਅੱਜ ਤੱਕ ਮੀਟਿੰਗਾਂ ਨਹੀਂ ਕੀਤੀਆਂ। ਚਲੋ ਹਰ ਵਾਰੀ ਕਹਿੰਦੇ ਖਜ਼ਾਨਾ ਖਾਲੀ ਹੈ, ਸਮਾਂ ਬਹੁਤ ਪੂਰਾ ਮੈਂ ਸਭ ਦਾ ਰਿਐਕਸ਼ਨ ਕਹਿਣਾ ਚਾਹੀਦਾ। ਅੱਜ ਇਹਨਾਂ ਦਾ ਥੈਂਕ ਯੂ ਕਹਿਣਾ ਬੰਦਾ ਦੋਨਾਂ ਦਾ, ਨਹੀਂ ਕਹਿਣਾ ਤੇ ਇਹਨਾਂ ਦਾ ਸ਼ਰਮ ਹੈ ਕਿ ਭੈਣਾਂ ਪੱਕੀਆਂ ਹੋ ਰਹੀਆਂ, ਇਹਨਾਂ ਨੂੰ ਤਕਲੀਫ ਹੈ। ਕਹਿੰਦੇ ਨਹੀਂ ਹੋ ਰਹੇ ਨਾ, ਉਹ ਬਸ ਇਹੀ ਕਹੀ ਜਾਂਦੇ ਕਿ ਪੱਕੇ ਤਾਂ ਹੋਏ ਨਹੀਂ, ਜੇ ਪੱਕੇ ਤਾਂ ਹੋਏ ਨਹੀਂ। 25,000 ਹੋ ਗਈ ਹੋਈ। ਚਲੋ ਠੀਕ ਹੈ, ਇੱਕ ਰਿਐਕਸ਼ਨ ਮੈਂ ਲਵਾਂਗਾ, ਸਮਾਂ ਪਿੱਛੇ ਬਹੁਤ ਥੋੜਾ ਹੈ। ਹਰਪ੍ਰੀਤ ਕੌਰ ਜੀ, ਮੈਂ ਤੁਹਾਡੇ ਤੋਂ ਸ਼ੁਰੂਆਤ ਇਸ ਲਾਸਟ ਰਿਐਕਸ਼ਨ ਦੇ ਲਈ ਕਰ ਰਿਹਾ। ਦੇਖੋ ਪੋਲੀਟੀਕਲ ਤੌਰ ਦੇ ਉੱਤੇ ਬਿਆਨਬਾਜ਼ੀਆਂ ਹੁੰਦੀਆਂ ਰਹਿਣਗੀਆਂ, ਪਰ ਲੋਕ ਇਹ ਵੀ ਜਾਣਨਾ ਚਾਹੁੰਦੇ ਹੋਣਗੇ ਕਿ ਇਹ 6000 ਨਾਲ 3500 ਨਾਲ 5500 ਦੇ ਨਾਲ ਇਹ ਦਿਨ ਕਿਵੇਂ ਨਿਕਲੇ ਨੇ। ਥੋੜੇ ਉਹ ਵੀ ਲੋਕਾਂ ਨਾਲ ਸਾਂਝਾ ਕਰੋ, ਕਿਉਂਕਿ ਇੱਕ ਆਪਾਂ ਸਿੱਧੇ ਤੌਰ ਦੇ ਉੱਤੇ ਸੋਚੀਏ ਤਾਂ 6000 ਦੇ ਵਿੱਚ ਘਰ ਚਲਾਉਣਾ ਤਾਂ ਬੜਾ ਔਖਾ ਹੈ, ਨਹੀਂ ਚੱਲਦਾ। ਕਿਵੇਂ ਚੱਲਿਆ ਫਿਰ ਪਿਛਲੇ 5-7-10 ਸਾਲ ਕਿਵੇਂ ਨਿਕਲੇ ਨੇ? ਮੈਂ ਦੇਖ ਰਿਹਾ ਸੀ ਅੱਜ ਸੀਐਮ ਸਾਹਿਬ ਦੇ ਨਾਲ ਬਹੁਤ ਸਾਰੀਆਂ ਟੀਚਰਾਂ ਭਾਵੁਕ ਹੋ ਗਈਆਂ। ਮਤਲਬ ਅਜਿਹਾ ਕਿਆ ਫੀਲਿੰਗਸ ਜਾਂ ਅਜਿਹਾ ਕੀ ਕੁਝ ਹੋਇਆ ਜੀ? 6000 ਤੇ 3500 ਨਾਲ ਘਰ ਚਲਾਉਣੇ ਬਹੁਤ ਔਖੇ ਆ। ਮੈਨੂੰ ਨਹੀਂ ਲੱਗਦਾ ਪਤਾ ਆ ਕਿ ਨਹੀਂ ਪਤਾ, ਪਰ ਬਾਰ-ਬਾਰ ਦੱਸਿਆ ਜਾਂਦਾ ਸੀ ਵੀ ਜਿਨ੍ਹਾਂ ਨੇ ਸਾਡਾ ਦੁੱਖ ਸਮਝਿਆ, ਅਸੀਂ ਉਹਨਾਂ ਨੂੰ ਕਲੀਅਰ ਦੱਸਿਆ, ਮਾਨ ਸਰਕਾਰ ਨੂੰ ਕਲੀਅਰ ਦੱਸਿਆ ਵੀ ਸਾਡੇ ਜਿਹੜੇ ਟੀਚਰ ਹੈ ਨਾ, ਕਈ ਵਾਰ ਅਸੀਂ ਸਕੂਲਾਂ 'ਚ ਜਾਂਦੇ ਆ, ਉਸ ਤੋਂ ਬਾਅਦ ਸਾਡੀਆਂ ਕੁੜੀਆਂ ਪੋਚੇ ਲਾਉਣ ਵੀ ਜਾਂਦੀਆਂ, ਨਰਮਾ ਚੁਗਣ ਵੀ ਜਾਂਦੀਆਂ, ਝੋਨਾ ਵੀ ਲਾਉਂਦੀਆਂ ਰਹੀਆਂ, ਮੁੰਡੇ ਜਿਹੜੇ ਆ ਉਸ ਤੋਂ ਬਾਅਦ ਆਟੋ ਚਲਾਉਂਦੇ ਆ, ਕੋਈ ਰੇਹੜੀ ਲਾਉਂਦਾ। ਕਿਵੇਂ ਦੀ ਜ਼ਿੰਦਗੀ ਇੱਕ ਅਧਿਆਪਕ ਜਿਹੜਾ ਚਾਹੇ ਕੱਚਾ ਅਧਿਆਪਕ ਸੀ ਪਰ ਨਾਮ ਅਧਿਆਪਕ ਲੱਗਾ ਸੀ, ਜਦੋਂ ਉਹਦੇ ਸਾਹਮਣੇ ਉਹਦਾ ਪੜਾਉਣ ਸਕੂਲ ਜਦੋਂ ਬੱਚਾ ਪੜਦਾ ਸੀ ਤੇ ਆਪਣੇ ਟੀਚਰ ਨੂੰ ਕੰਮ ਕਰਦਾ ਦੇਖਦਾ ਨਾ, ਤੇ ਸਾਨੂੰ ਵੀ ਬੜੀ ਜਿਹੜਾ ਕਿ ਸ਼ਰਮ ਮਹਿਸੂਸ ਹੁੰਦੀ ਆ ਕਿ ਜਿਹੜੇ ਵਿਦਿਆਰਥੀ ਨੂੰ ਆਪਾਂ ਪੜਾਉਣਾ ਉਹਦੇ ਨਾਲ ਨਜ਼ਰਾਂ ਮਿਲਾਉਣੀਆਂ ਔਖੀਆਂ ਹੋ ਜਾਂਦੀਆਂ ਸੀ ਕਿ ਲਾਗੇ ਘਰਾਂ 'ਚ ਕੁੜੀਆਂ ਪੋਚੇ ਲਾਉਂਦੀਆਂ ਸੀ। ਕੀ ਇਹ ਮਾਨਸਿਕਤਾ ਸਹੀ ਸੀ? ਕੀ ਸਰਕਾਰ ਦੀ ਸਹੀ ਸੀ? ਅੱਜ ਇਹਨਾਂ ਨੇ ਇੱਕ ਸਵਾਲ ਕੀਤਾ ਕਿ ਇਹਨਾਂ ਨੇ ਤਨਖਾਹਾਂ ਵਧਾਤੀਆਂ, ਕੀ ਕੀਤਾ? ਵਾਅਦੇ ਕੀਤੇ ਸੀ। ਮੇਰਾ ਸਵਾਲ ਇਹਨਾਂ ਨੂੰ ਇਹ ਆ
ਕਿ ਤੁਸੀਂ ਦੱਸੋ ਸਾਡੇ ਨਾਲ ਦਰੀਆਂ ਤੇ ਆ ਕੇ ਵਾਅਦੇ ਕਰਦੇ ਰਹੇ ਹੋ, ਸੱਤਾ ਦੇ ਆਉਣ ਤੋਂ ਪਹਿਲਾਂ ਵਾਅਦੇ ਕਰਦੇ ਰਹੇ ਹੋ, ਤੁਹਾਨੂੰ ਪੱਕਿਆਂ ਕਰਾਂਗੇ ਜੀ, ਅਸੀਂ ਸਾਰੇ ਜਿਹੜਾ ਤੁਹਾਨੂੰ ਰੈਗੂਲਰ ਜਿਹੜੇ ਕਰਕੇ ਸਾਰੀਆਂ ਫੈਸਿਲਿਟੀਆਂ ਦੇਵਾਂਗੇ, ਪਰ ਵਾਅਦਾ ਖਰਾ ਕਿੱਥੇ ਉਤਰਿਆ? ਤੁਸੀਂ ਚਲੋ ਮੈਂ ਕੰਕਲੂਡ ਕਰਨਾ, ਮੇਰਾ ਇੱਕ ਛੋਟਾ ਜਿਹਾ ਰੁਪਈਆ ਨਹੀਂ ਵਧਾ ਸਕੇ। ਛੋਟਾ ਜਿਹਾ ਸਵਾਲ ਹੈ, ਹੁਣ ਆਉਣ ਵਾਲੇ 2-4-5 ਸਾਲਾਂ ਦੇ ਵਿੱਚ ਪੇ ਕਮਿਸ਼ਨ ਲੱਗਿਆ, ਜਿਹੜੇ ਸਿੱਖਿਆ ਵਿਭਾਗ ਦੇ ਅਧੀਨ ਆਉਂਦੇ ਨੇ ਉਹਨਾਂ ਦਾ ਪੇ ਕਮਿਸ਼ਨ ਲੱਗ ਗਿਆ, ਜਿਨ੍ਹਾਂ ਦੀ ਅੱਜ 70,000 ਤਨਖਾਹ ਹੈ ਉਹਨਾਂ ਦੀ ਲੱਖ ਰੁਪਏ ਹੋ ਗਈ, ਫਿਰ ਤੁਹਾਡੀ ਉਸ ਤਰੀਕੇ ਨਾਲ ਨਾ ਵਧੀ, ਫਿਰ ਦੁਬਾਰਾ ਟੈਂਕੀਆਂ ਤੇ ਚੜ੍ਹਨ ਵਾਲਾ ਕੰਮ ਕਰਨਾ ਪਏਗਾ? ਸਾਨੂੰ ਇਹ ਲੱਗਦਾ ਕਿ ਜਿਵੇਂ ਸਰਕਾਰ ਸਾਡੇ ਨਾਲ ਹੁਣ ਬੈਠੀ ਆ, ਉਹਨਾਂ ਨੇ ਸਾਡਾ ਦੁੱਖ ਸਮਝਿਆ। ਮੈਂ ਅੱਜ ਇਹ ਚੀਜ਼ ਨੋਟ ਕੀਤੀ, ਜਦੋਂ ਸਾਨੂੰ ਸੀਐਮ ਸਾਹਿਬ ਵੱਲੋਂ ਦੇਣੇ ਸੀ ਨਿਯੁਕਤੀ ਪੱਤਰ, ਉੱਥੇ ਸਾਡੇ ਸਰਦਾਰ ਜਿਹੜੇ ਸਿੱਖਿਆ ਮੰਤਰੀ ਸਾਹਿਬ ਹਰਜੋਤ ਬੈਂਸ ਜੀ, ਉਹਨਾਂ ਦੀਆਂ ਅੱਖਾਂ ਵੀ ਨਮ ਸੀ, ਭਾਵੁਕ ਹੋ ਗਏ ਸੀਗੇ। ਪਰ ਮੈਨੂੰ ਨਹੀਂ ਲੱਗਦਾ ਪਿਛਲੀਆਂ ਸਰਕਾਰਾਂ 'ਚ ਹੋਇਆ। ਪਹਿਲੀ ਵਾਰ ਸਾਡੇ ਕੱਚੇ ਅਧਿਆਪਕਾਂ ਨੂੰ ਨੇਸ਼ਨ ਬਿਲਡਰ ਦਾ ਨਾਮ ਦਿੱਤਾ। ਇੱਕ ਮਿੰਟ ਜੀ, ਉਹ ਦਿੱਤਾ, ਪੂਰਾ ਮਾਨ ਸਨਮਾਨ ਦਿੱਤਾ। ਅੱਜ ਤੱਕ ਕਿਸੇ ਸਰਕਾਰ ਨੇ ਸਾਨੂੰ ਕੋਈ ਮਾਨ ਸਨਮਾਨ ਨਹੀਂ ਦਿੱਤਾ। ਅੱਜ ਉੱਥੇ ਬੁਲਾ ਕੇ ਸਾਡਾ ਪੂਰਾ ਸਨਮਾਨ ਕੀਤਾ ਗਿਆ। ਅੱਜ ਵੀ ਸਿੱਖਿਆ ਮੰਤਰੀ ਸਾਹਿਬ ਨੇ ਸਾਨੂੰ ਖਾਣੇ ਤੇ ਇਨਵਾਈਟ ਕੀਤਾ, ਸਾਰੇ ਸਾਡੇ ਟੀਚਰ ਉੱਥੇ ਗਏ। ਠੀਕ ਹੈ, ਚਲੋ ਮੇਰੇ ਕੋਲ ਸਮਾਂ ਖਤਮ ਹੋ ਚੱਲਿਆ, ਮੈਂ ਇੱਕ ਛੋਟਾ ਜਿਹਾ ਰਿਐਕਸ਼ਨ ਪਰਮਵੀਰ ਜੀ ਦਾ ਜ਼ਰੂਰ ਲੈਣਾ। ਪਰਮਵੀਰ ਜੀ ਬਹੁਤ ਛੋਟਾ ਰੱਖਿਓ, ਸਿਰ 20 ਸੈਕਿੰਡ ਦੇ ਪਾਉਂਗਾ। ਦੇਖੋ ਜੀ, ਜਿਹੜਾ ਮਾਨ ਸਨਮਾਨ ਦੀ ਅਸੀਂ ਗੱਲ ਕਰ ਰਹੇ ਹਾਂ, 1 ਜੁਲਾਈ 2023 ਨੂੰ ਜੋ ਸੰਗਰੂਰ ਦੇ ਵਿੱਚ ਟੀਚਰਾਂ ਦੇ ਨਾਲ ਸਾਡੀਆਂ ਭੈਣਾਂ ਦੇ ਨਾਲ ਚੁੰਨੀਆਂ ਖਿੱਚੀਆਂ ਗਈਆਂ, ਕੱਪੜੇ ਤੱਕ ਪਾੜੇ ਗਏ, ਉਹ ਮਾਨ ਸਨਮਾਨ ਪੂਰੇ ਪੰਜਾਬ ਨੂੰ ਪਤਾ ਹੈ। ਔਰ ਦੂਸਰੀ ਗੱਲ ਜਿਹੜੀ ਤੁਸੀਂ ਰੈਗੂਲਰ ਕਾਡਰ ਦੀ ਤੁਸੀਂ ਜਿਹੜੀ ਕੀਤੀ ਹੈ ਨਾ, ਪੇ ਸਕੇਲ ਦੀ, ਤੁਸੀਂ ਬਿਲਕੁਲ ਸਹੀ ਪੁਆਇੰਟ ਚੱਕਿਆ। ਦੇਖੋ, ਇਹਨਾਂ ਦੀ ਅਗਰ ਮੈਕਸਿਮਮ ਪੇ ਜਿਹੜੀ 18,000 ਤੁਸੀਂ ਕਹਿ ਰਹੇ ਹੋ, ਉਹਦਾ 5% ਲਾਇਆ ਜਾਵੇ ਤਾਂ ਸਾਲ ਦਾ 900 ਰੁਪਇਆ। ਔਰ ਜਿਹੜਾ ਰੈਗੂਲਰ ਅਧਿਆਪਕ ਹੋਏਗਾ ਉਹਦਾ ਇੰਕਰੀਮੈਂਟ ਡੀਏ ਲਾ ਕੇ ਉਹ ਘੱਟੋ ਘੱਟ 7-8 ਹਜ਼ਾਰ ਰੁਪਇਆ ਲੈ ਕੇ ਜਾਏਗਾ। ਤਾਂ ਇਹ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਨਾ ਸਾਡੀਆਂ ਭੈਣਾਂ ਨੇ ਕੀ ਗਵਾਇਆ ਤੇ ਕੀ ਪਾਇਆ, ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਏਗਾ। ਦੂਸਰੀ ਗੱਲ ਜਿਹੜੀ ਅਸੀਂ ਬਾਰ-ਬਾਰ ਇਹ ਕਹਿ ਰਹੇ ਹਾਂ ਵੀ ਹਾਲੇ ਤੱਕ ਪੂਰੀ ਡਿਬੇਟ ਦੇ ਵਿੱਚ ਇਹ ਜਵਾਬ ਨਹੀਂ ਦਿੱਤਾ ਗਿਆ ਵੀ ਸਾਡੀਆਂ ਭੈਣਾਂ ਦੇ ਉੱਪਰ CSR ਰੂਲਸ ਲਾਗੂ ਹੋਣਗੇ ਕਿ ਨਹੀਂ ਹੋਣਗੇ। ਚਲੋ ਸਰ, ਮੈਂ ਵਾਈਂਡ ਅਪ ਕਰਨਾ, ਮੈਂ ਇੱਕ ਬਹੁਤ ਛੋਟਾ ਜਿਹਾ ਸਟੇਟਮੈਂਟ ਲੈ ਲਵਾਂ। ਲਾਗੂ ਨਹੀਂ ਹੋਣਗੇ। ਠੀਕ ਹੈ ਸੋਢੀ ਸਾਹਿਬ, ਬਹੁਤ ਘੱਟ ਟਾਈਮ ਦੇ ਪਾਉਂਗਾ, ਬਹੁਤ ਛੋਟਾ ਸਟੇਟਮੈਂਟ ਰੱਖਿਓ ਸਰ ਪਲੀਜ਼। ਦੇਖੋ ਗੌਰਵ ਜੀ, ਸਾਡਾ ਕਹਿਣਾ ਤਾਂ ਇਹ ਹੈ ਕਿ ਜੇ ਇਹਨਾਂ ਦੀ ਸੰਤੁਸ਼ਟੀ ਹੈ, ਜਿਸ ਤਰ੍ਹਾਂ ਹਰਪ੍ਰੀਤ ਕੌਰ ਜੀ ਬੈਠੇ ਨੇ, ਇਹ ਇਹਨਾਂ ਦਾ ਆਪਣਾ ਮੁੱਦਾ ਹੈ ਜਾਂ ਆਪਣਾ ਵਿਚਾਰ ਹੈ, ਲੇਕਿਨ ਸਾਡਾ ਤਾਂ ਯਾਦ ਕਰਾਉਣਾ ਇਹ ਹੈ ਕਿ ਜਦੋਂ ਧਰਨਿਆਂ ਦੇ ਉੱਪਰ ਇਹ ਐਲਾਨ ਹੁੰਦੇ ਸੀ ਕਿ ਤੁਹਾਨੂੰ ਉਹ ਸਾਰੀਆਂ ਸਹੂਲਤਾਂ, ਸਾਰੇ TADA, ਸਾਰੇ ਅਨਾਉਂਸ ਪੱਤੇ ਮਿਲਣਗੇ, ਤੁਹਾਡੇ ਤੇ ਪੇ ਸਕੇਲ ਲਾਗੂ ਹੋਵੇਗਾ, ਸਿੱਖਿਆ ਵਿਭਾਗ ਦੇ ਨਿਯਮਾਂ ਅਨੁਸਾਰ ਤੁਹਾਨੂੰ ਲੈ ਕੇ ਆਵਾਂਗੇ। ਅੱਜ ਉਸ ਚੀਜ਼ ਤੋਂ ਇਹ ਵਾਂਝੇ ਹੋ ਗਏ ਹੈ। ਠੀਕ ਹੈ, ਖੁਸ਼ ਨੇ, ਲੇਕਿਨ ਜਿਹੜੇ ਬਹੁਤ ਸਾਰੇ ਟੀਚਰ ਹੋਣਗੇ ਜਿਹੜੇ ਸਾਰੀ ਉਮਰ ਹੁਣ ਪੱਕੇ ਨਹੀਂ ਹੋ ਸਕਣਗੇ, ਇਹਨਾਂ ਦੀ ਜਿਹੜੀ ਆਪਣੀ ਸੀਗੀ ਮਨਸ਼ਾ, ਚਲੋ ਉਹ ਪੂਰੀ ਪੁਆਇੰਟ ਆ ਗਿਆ ਸਰ, ਪੁਆਇੰਟ ਆ ਗਿਆ। ਮੈਂ ਮਾਫੀ ਚਾਹ ਰਿਹਾ, ਵਿਚਾਲੇ ਰੋਕ ਰਿਹਾ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਆਲੂਵਾਲੀਆ ਸਾਹਿਬ ਦੇਖੋ, ਜੋੜ ਘਟਾਓ ਕਰਕੇ ਦੱਸ ਦਿੱਤਾ ਕਿ 18,000 ਹੈ, 5% ਵਧੇਗਾ, 900 ਜਾਂ 1000 ਰੁਪਏ ਪਰ ਮਹੀਨਾ ਪਰ ਸਾਲ ਰੱਖ ਲਓ ਜਿਹੜਾ ਇਜ਼ਾਫਾ ਹੋਏਗਾ। ਅਗਲੇ 10 ਸਾਲ ਬਾਅਦ 10-12,000 15,000 ਰੱਖ ਲਓ ਕਿ ਤੁਸੀਂ ਇਜ਼ਾਫਾ ਹੋ ਜਾਏਗਾ। ਜਿਹਨਾਂ ਦੀ 18,000 ਹੈ, ਅੱਜ ਤੋਂ 10 ਸਾਲ ਬਾਅਦ ਉਹਨਾਂ ਦੀ ਸੈਲਰੀ ਕਰੀਬ 33,000 ਹੋਏਗੀ। ਤਾਂ ਉਹ ਤਾਂ ਬਹੁਤ ਛੋਟੀ ਅਮਾਉਂਟ ਲੱਗੇਗੀ ਸਰ। 33,000 ਅੱਜ ਤੋਂ 10 ਸਾਲ ਬਾਅਦ ਲੱਗ ਨਹੀਂ ਰਿਹਾ ਕਿ ਬਹੁਤ ਜ਼ਿਆਦਾ ਵੱਡੀ ਅਮਾਉਂਟ ਹੋਏਗੀ। ਗੌਰਵ ਜੀ, ਸਭ ਤੋਂ ਵੱਡੀ ਗੱਲ ਹੈ ਕਿ ਅੱਜ 3500 ਤੋਂ 20,000 ਹੋ ਗਿਆ। ਕਿਹਨੇ ਕੀਤਾ? ਆਮ ਆਦਮੀ ਪਾਰਟੀ ਨੇ ਕੀਤਾ। ਇਹ ਦੋਨੋਂ ਜਿਹੜੇ ਪਾਰਟੀਆਂ ਵਾਲੇ ਨੇ, ਇਹ ਪ੍ਰਾਈਵੇਟ ਸਕੂਲ ਦੀ ਬੋਲੀ ਜ਼ਿਆਦਾ ਬੋਲੀ ਜਾਂਦੇ ਆ ਬਾਰ-ਬਾਰ। ਇਹਨਾਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ ਕਿ ਸਰਕਾਰੀ ਨੈਸ਼ਨ ਬਿਲਡਰਸ ਦਾ ਨਾਮ ਦਿੱਤਾ ਗਿਆ। ਅੱਜ ਸਾਡੇ ਬੱਚੇ ਜਿੰਨੇ ਵੀ ਸਰਕਾਰੀ ਸਕੂਲ ਵਾਲੇ ਨੇ, ਅੱਜ ਉਹ ਕਿੱਥੇ ਪੜਨ ਜਾ ਰਹੇ ਨੇ ਜੀ? ਕੀ ਸੈਟੇਲਾਈਟ ਦਾ ਉਹ ਹੁੰਦਾ, ਉਹ ਦੇਖਣ ਜਾਂਦੇ। IIM ਅਹਿਮਦਾਬਾਦ ਸਾਡੇ ਜਾ ਰਹੇ ਨੇ, ਸਿੰਗਾਪੁਰ ਜਾ ਰਹੇ ਨੇ। ਕਿਹਨੇ ਕੀਤਾ? ਆਮ ਆਦਮੀ ਪਾਰਟੀ ਨੇ। ਤੁਹਾਡੇ ਕੋਲ ਸਰਕਾਰ ਸੀ, ਤੁਹਾਡੇ ਤੋਂ ਨਹੀਂ ਕਰੇਗਾ। ਤੁਸੀਂ ਪ੍ਰਾਈਵੇਟ ਸਕੂਲਾਂ ਨੂੰ ਹੀ ਬੜਾਵਾ ਦੇਣਾ ਚਾਹੁੰਦੇ ਹੋ। ਅੱਜ ਜੇ ਖੁਸ਼ੀ ਦਾ ਮੌਕਾ ਹੈ, ਤੁਸੀਂ ਉਹਨੂੰ ਵੀ ਗਮ 'ਚ ਬਦਲਣ ਦੇ, ਤੁਸੀਂ ਦੋਨੋਂ ਪਾਰਟੀਆਂ ਵਾਲੇ ਉਹਨੂੰ ਵੀ ਗਮ 'ਚ ਬਦਲਣ 'ਚ ਲੱਗੇ ਹੋ। ਹੱਥ ਜੋੜ ਕੇ ਬੇਨਤੀ ਹੈ, ਇਹ ਕੰਮ ਛੱਡ ਦਿਓ, ਪ੍ਰਾਈਵੇਟਾਈਜੇਸ਼ਨ। ਠੀਕ ਹੈ, ਚਲੋ ਸਰ, ਸਮਾਂ ਆਪਣੇ ਕੋਲ ਪੂਰਾ ਸੀ। ਅੱਜ ਟਾਈਮ ਹੈ। ਚਲੋ ਠੀਕ ਹੈ, ਦੇਖਣਾ ਹੋਵੇਗਾ ਅਗਲੇ 10 ਦਿਨ 15 ਦਿਨ ਮਹੀਨੇ ਦੇ ਵਿੱਚ ਕੀ ਕੁਝ ਜਿਹੜੇ ਬਾਕੀ ਦੇ ਅਧਿਆਪਕ ਨੇ ਹੋਰ ਪੱਕੇ ਕਰਾਂਗੇ। ਠੀਕ ਹੈ, ਭਗਵੰਤ ਸਿੰਘ ਮਾਨ ਹੋਰ ਨੌਕਰੀਆਂ ਦੇਣਗੇ। ਅਸੀਂ ਪਹਿਲਾਂ ਕਰਦੇ ਰਹੇ ਹਾਂ। ਠੀਕ ਹੈ ਸਰ, ਮੈਂ ਵਿਚਾਲੇ ਰੋਕ ਕੇ ਮਾਫੀ ਚਾਹੂੰਗਾ, ਸਮਾਂ ਖਤਮ ਹੋ ਚੱਲਿਆ। ਬਹੁਤ ਬਹੁਤ ਧੰਨਵਾਦ ਆਲੂਵਾਲੀਆ ਸਾਹਿਬ। ਹਰਪ੍ਰੀਤ ਕੌਰ ਜੀ, ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਤੁਸੀਂ ਅੱਜ ਸਟੂਡੀਓ ਪਹੁੰਚੇ ਸੀ। ਤੇ ਪਰਮਵੀਰ ਜੀ ਔਰ ਸੋਢੀ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਖੈਰ, ਇਹ ਪੂਰਾ ਮੁੱਦਾ ਖੂਬ ਭਖਦਾ ਹੋਇਆ ਤਾਂ ਨਜ਼ਰ ਆ ਰਿਹਾ ਹੈ, ਪਰ ਆਖਿਰ ਦੇ ਵਿੱਚ ਇੱਕ ਚੀਜ਼ ਤਾਂ ਬਹੁਤ ਕਲੀਅਰ ਹੈ ਕਿ ਜਦੋਂ 1 ਮਹੀਨੇ ਬਾਅਦ ਕਿਸੇ ਦੀ ਪਾਕਟ ਦੇ ਵਿੱਚ, ਕਿਸੇ ਅਧਿਆਪਕ ਦੀ ਜੇਬ ਦੇ ਵਿੱਚ 6,000 ਦੀ ਥਾਂ 18,000 ਰੁਪਏ ਆਏਗਾ, ਤਾਂ ਲਾਜ਼ਮੀ ਤੌਰ ਤੇ ਉਹਨਾਂ ਨੂੰ ਆਪਣਾ ਘਰ ਚਲਾਉਣ ਦੇ ਵਿੱਚ ਆਸਾਨੀ ਹੋਏਗੀ। ਜੇਕਰ ਕਿਸੇ ਦੇ ਖਾਤੇ ਦੇ ਵਿੱਚ ਡਬਲ ਜਾਂ ਟ੍ਰਿਪਲ ਪੈਸੇ ਪਹੁੰਚਦੇ ਨੇ ਤਾਂ ਉਸ ਦੇ ਨਾਲ ਉਹਨਾਂ ਦੀ ਜ਼ਿੰਦਗੀ ਲੀਹਾਂ ਦੇ ਉੱਤੇ ਆਏਗੀ। ਤੇ ਇੱਕ ਹੋਰ ਪੁਆਇੰਟ ਜੋ ਹਰਪ੍ਰੀਤ ਜੀ ਜ਼ਿਕਰ ਕਰ ਰਹੇ ਸੀ
ਕਿ ਬਹੁਤ ਸਾਰੀਆਂ ਜਿਹੜੀਆਂ ਟੀਚਰ ਨੇ ਉਹਨਾਂ ਨੇ ਘਰਾਂ ਦੇ ਵਿੱਚ ਕੰਮ ਵੀ ਕੀਤਾ, ਕੋਈ ਜਿਹੜੇ ਮੇਲ ਟੀਚਰ ਸੀ ਉਹਨਾਂ ਨੇ ਆਟੋ ਚਲਾਏ। ਖੈਰ ਕੰਮ ਤਾਂ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ, ਪਰ ਜੋ ਬਣਦਾ ਹੱਕ ਹੈ ਉਹ ਮਿਲਣਾ ਚਾਹੀਦਾ। ਉਮੀਦ ਕਰਦੇ ਹਾਂ ਕਿ ਇਹ ਜਿਹੜਾ ਕੱਚੇ ਤੋਂ ਪੱਕੇ ਵਾਲਾ ਪੂਰਾ ਇਸ ਸਮੇਂ ਜ਼ਿਕਰ ਹੋ ਰਿਹਾ, ਇਸ ਦੇ ਨਾਲ ਸਾਰੇ 12,000 ਅਧਿਆਪਕ ਜ਼ਰੂਰ ਸੰਤੁਸ਼ਟ ਹੋਣਗੇ ਔਰ ਬੜਾ ਦਿਲ ਲਗਾ ਕੇ ਪੜ੍ਹਾਉਣਗੇ, ਤਾਂ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਨੇ ਉਹ ਆਉਣ ਤੇ ਸਰਕਾਰੀ ਸਕੂਲਾਂ ਤੋਂ ਵੀ ਇੱਕ ਵੱਖਰੇ ਤਰੀਕੇ ਦਾ ਟੈਲੈਂਟ ਨਿਕਲ ਕੇ ਬਾਹਰ ਆਵੇ। ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇੰਨਾ।